ਰੰਗ ਰਾਤੇ ਸੁਹਾਵਾ ਕਰੇ ਸਰ ਸਜੋ ਜੋਤੀ ਰੇ ਰੰਗ ਰਾਤੇ ਸੁਹਾਵੀ। ਵਿਸ਼ਵ ਦੀ ਇਕਲੌਤੀ ਆਸ, ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਚਾਨਣ ਸਾਹਿਬੇ ਹਜ਼ੂਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਗੁਰਬਾਣੀ ਨਾਲ ਜੁੜ ਰਹੇ ਸਾਰੇ ਹੀ ਗੁਰੂ ਦੇ ਪਿਆਰ ਵਾਲਿਓ, ਇੱਕੇ ਵਾਰੀ ਕਹਿਣ 'ਤੇ ਉੱਚੀ ਆਵਾਜ਼ ਵਿੱਚ ਗੱਜ ਕੇ ਅਸੀਸ ਦੇਣਾ ਤਾਂ ਕਿ ਤੁਹਾਡੀ ਅਤੇ ਮੇਰੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ 'ਚ ਲੱਗ ਸਕੇ। ਗੱਜ ਕੇ ਅਸੀਸ ਦਿੰਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਤੋਂ ਭਾਈ ਸਪਾਈ ਸਿਮਰਨਜੀਤ ਸਿੰਘ ਜੀ ਨੇ ਗੁਰਬਾਣੀ ਦੇ ਨਾਲ ਸਾਨੂੰ ਜੋੜਨਾ ਕੀਤਾ। ਬਹੁਤ ਆਨੰਦ ਆਇਆ ਕਿ ਤੁਸੀਂ ਸਾਰਿਆਂ ਨੇ ਰਲ ਕੇ ਕੀਰਤਨ ਗਾਇਨ ਕੀਤਾ। ਆਓ ਚੰਦ ਘੜੀਆਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ, ਜੋ ਮੱਤ ਸਤਿਗੁਰੂ ਜੀ ਨੇ ਸਾਡੀ ਝੋਲੀ ਪਾਈ, ਅਸੀਂ ਮਨ ਬਿਰਤੀਆਂ ਨੂੰ ਇਕਾਗਰਚਿਤ ਕਰਕੇ ਉਹਨੂੰ ਵਿਚਾਰਨ ਦਾ ਯਤਨ ਕਰੀਏ। ਜਦੋਂ ਮੇਰੇ ਬਾਰੇ ਅਨਾਊਂਸ ਕੀਤਾ ਗਿਆ ਅਤੇ ਗੱਲ ਕਹੀ ਗਈ ਕਿ ਵਿਚਾਰਾਂ ਦੀ ਸਾਂਝ ਪਾਉਣਗੇ, ਅਤੇ ਚਲੋ ਫਿਰ ਮਨ ਬਿਰਤੀਆਂ ਨੂੰ ਇਕਾਗਰਚਿਤ ਕਰਦਿਆਂ ਹੋਇਆਂ ਥੋੜ੍ਹਾ ਚਿਰ ਵਿਚਾਰ ਲਈਏ। ਤੁਸੀਂ ਬਹੁਤ ਵਾਰ ਇਹ ਇਤਿਹਾਸ ਸੁਣਿਆ ਹੋਵੇਗਾ। ਮੈਂ ਸੱਚ ਕਰਕੇ ਪਿਛਲੀ ਵਾਰੀ ਨਗਰ ਕੀਰਤਨ 'ਤੇ ਕਿਹਾ ਸੀ, ਮੈਂ ਅੱਜ ਫੇਰ ਉਹ ਦੁਹਰਾਉਣਾ। ਜਦੋਂ ਜੰਮੂ ਨੂੰ ਤੁਰਨ ਲੱਗੀਦਾ ਤਾਂ ਦੁਬਾਰਾ ਪੜ੍ਹ ਕੇ ਆਈਦਾ ਕਿ ਜੰਮੂ ਦੀ ਸੰਗਤ ਬੜੀ ਜੁੜੀ ਹੋਈ ਸੰਗਤ ਹੈ, ਗੁਰੂ ਦੇ ਆਸ਼ੇ ਨੂੰ ਸਮਝਣ ਵਾਲੀ, ਗੁਰੂ ਦੇ ਸਿਧਾਂਤਾਂ ਨੂੰ ਸਾਡੇ ਪੰਜਾਬ ਵਾਲਿਆਂ ਨੂੰ ਵੱਧ ਸਮਝਣ ਵਾਲੀ ਹੈ। ਇਸ ਕਰਕੇ ਦੁਬਾਰਾ ਪੜ੍ਹਨਾ ਪੈਂਦਾ ਕਿ ਕਿਤੇ ਕੁਤਾਹੀ ਨਾ ਹੋ ਜਾਵੇ। ਇਤਿਹਾਸ ਤੁਸੀਂ ਪੜ੍ਹਿਆ ਸੰਗਤ, ਇਤਿਹਾਸ ਤੋਂ ਤੁਸੀਂ ਜਾਣੋ। ਮੈਂ ਸਿਰਫ ਅਤੇ ਸਿਰਫ ਚੰਦ ਘੜੀਆਂ ਤੁਹਾਡੇ ਨਾਲ ਉਸ ਸਫ਼ਰ ਦਾ ਜ਼ਿਕਰ ਕਰਨਾ ਹੈ ਕਿ ਜੇਠੇ ਤੋਂ ਗੁਰੂ ਰਾਮਦਾਸ ਤੱਕ ਦਾ ਸਫ਼ਰ ਕੀ ਹੈ। ਖੌਰੇ ਸਾਡੀ ਵੀ ਝੋਲੀ ਪੈ ਜੇ, ਸਾਨੂੰ ਵੀ ਸਮਝ ਆ ਜਾਵੇ ਕਿ ਜਿਹਦੇ ਸਿਰ 'ਤੇ ਮਾਂ ਬਾਪ ਦਾ ਸਾਇਆ ਨਹੀਂ, ਲੋਕ ਦੁਨਿਆਵੀ ਅੱਖਰਾਂ 'ਚ ਉਹਨੂੰ ਅਨਾਥ ਬੇਸਹਾਰਾ ਕਹਿੰਦੇ ਨੇ, ਉਹਦਾ ਕੋਈ ਸਹਾਰਾ ਨਹੀਂ। ਇੱਕ ਨਾਨੀ ਤੋਂ ਇਲਾਵਾ ਉਹਦੀ ਉਂਗਲ ਫੜਨ ਵਾਲਾ ਕੋਈ ਨਹੀਂ। ਦੁਨੀਆ ਬੜੀ ਸਹਾਨਭੂਤੀ ਨਾਲ ਵੇਖਦੀ ਹੈ ਕਿ ਇਹ ਤਾਂ ਇਹਦਾ ਕੀ ਬਣੇਗਾ, ਇਹਦੇ ਸਿਰ 'ਤੇ ਤਾਂ ਮਾਂ ਬਾਪ ਨਹੀਂ ਹੈਗੇ। ਅਤੇ ਉਹ ਜੇਠਾ ਜਿਹੜਾ ਦੁਨੀਆ ਦੀ ਨਿਗਾਹ ਦੇ ਵਿੱਚ ਅਨਾਥ ਹੈ, ਉਹ ਨਥਾਵਿਆਂ ਦਾ ਥਾਂ ਕਿਵੇਂ ਬਣਿਆ, ਉਹ ਨਿਓਟਿਆਂ ਦੀ ਓਟ ਕਿਵੇਂ ਬਣਿਆ, ਉਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਵੇਂ ਬਣਿਆ। ਆਪਾਂ ਉਸ ਸਫ਼ਰ 'ਤੇ ਜ਼ਰੂਰ ਝਾਤੀ ਮਾਰਨੀ ਤਾਂ ਕਿ ਸਾਨੂੰ ਨਾਲ ਦੀ ਨਾਲ ਸਾਡੇ ਅੰਦਰ ਇੱਕ ਇਕਾਗਰਤਾ ਬਣੇ, ਸਾਡੇ ਅੰਦਰ ਇੱਕ ਸੋਝੀ ਪਵੇ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਐਸੇ ਹਾਲਾਤਾਂ ਵਾਲੇ ਪਾਤਸ਼ਾਹ ਨੂੰ ਸਤਿਗੁਰ ਸੰਗ ਕੀਰੇ ਹਮ ਥਾਪੇ। ਐਸੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਐਡੀ ਵੱਡੀ ਸਾਰੇ ਜੱਗ ਦੀ ਵਡਿਆਈ ਮਿਲੀ, ਅਤੇ ਖੌਰੇ ਕਿਤੇ ਜਿਹੜੇ ਸਾਡੇ ਵਰਗੇ, ਅਸੀਂ ਵੀ ਅੱਜ ਇੱਕ ਵਾਰੀ ਪੜ੍ਹ ਲਈਏ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਜਦੋਂ ਇੱਥੇ ਮੱਥਾ ਟੇਕਣਾ ਆਪਣੇ ਗੁਰੂ ਦੇ ਚਰਨਾਂ ਵਿੱਚ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਣਾ, ਖੌਰੇ ਸਾਡੇ ਅੰਦਰੋਂ ਵੀ ਇਹ ਹੂਕ ਨਿਕਲ ਆਵੇ
कि ऐ पातशाह मेरी भी झोली भर दे, असीं सुनिया है तू नथावियां दा थां है, तू न्योटियां दी ओट है, न धिरियां दी धिर है तू, खौरे साडे वर्गे रुलदे फिरदियां दी भी बात पै जावे। क्योंकि जेठे दी तां पै गई। धन साहिब श्री गुरु रामदास साहिब सच्चे पातशाह जी का तुसीं पढ़िया तो सुनिया, पर इतिहास की लड़ी जोड़न लई चूना मंडी लाहौर दे विच जन्म होया। तुसीं पढ़िया होएगा, सुनिया होएगा कि अजे 7 साल की उम्र है तो माँ बाप का साया सिर तो उठ गया। एक बिरध नानी है, तुसीं देखो उस नानी की दृढ़ता देखो, क्योंकि सतगुर जी की पहली टीचर परमात्मा की रज़ा दे नाल जोड़न वाली, क्योंकि छोटे जे बच्चे दे मन दे लई माँ बाप का साया बहुत वड्डी चीज़ है। बच्चा जवान हो जाता, किसी वेले माँ बाप का साया ना रवे, हौसला मिल जाता है। कोई समझाउण वाले हुंदे ने, हौसला देण वाले, पर इन्ने छोटे बच्चे नूं हौसला। ते उस नानी ने समझाया, पुत जिन्हां दा कोई नहीं हुंदा उन्हां दा अकाल पुरख वाहिगुरू हुंदा, जिन्हां दा कोई नहीं हुंदा उन्हां दा रब हुंदा है। ते जे तू रब दा हो जाए तो सारा जग तेरा हो जाएगा। जेठे दे भी ये गल घर कर गई कि जे मैं रब दा हो जा, जे मेरी सुरत विच रब आ जाए, जे मेरी प्रीत उस प्रभु ना पै जाए, तो मेरे सारे रिश्तियां की भरपाई हो सकती है। तो साध संगत, तुसीं इतिहास च पढ़िया होएगा कि जेठा नाम उन्हां दा पै गया बड़ा पुत होने करके। क्योंकि अज भी जदों पंजाबी अपनी भाषा दे विच घर दा जिहड़ा पहला पुत होवे, धी होवे, उन्होंने आपां जेठा कहने आ, पर बचपन तो ही रामदास ही नाम है। कई बार इतिहास पढ़द्या होया शायद लगता है कि गुरु अमरदास साहब सच्चे पातशाह जी ने नाम रामदास रखिया, कईयां ने लिखिया, विकीपीडिया ने भी इंज लिखिया, पर इदां नहीं है, क्योंकि उन्होंने भैन का नाम रामदासी है। जिहड़ी सब तो छोटी भैन है उसका नाम रामदासी है, इस करके उन्हों का बचपन तो ही नाम जिहड़ा है वो रामदासी है। उन्होंने एक भरा ने हरदयाल जी, वो तिन्ने भैन भरा अनाथ होने तो बाद अपनी नानी दे नाल बासर के नगर आ गए। ये भी तुसीं पढ़िया। लाहौर तो बासर के भी आ गए, क्योंकि नानके पिंड है, नानी का पिंड है। नानी ने सोचा मैं अपने परिवार के नाल नाल इन्हां 3 अनाथ बच्चों की भी देखभाल कर लवांगी। मैं नहीं कहूँगा कि कोई इंसीडेंट होया, ये गुरु नानक साहब ने सिक्खी का जिहड़ा बूटा लाया है, इस मिशन की पूर्ति 10 जामियां च होनी सी। ये प्री प्लैंड है, ये गॉड प्लैन है, ये अकाल पुरख वाहिगुरू की प्रकृति का प्लैन है। ये कोई इंसीडेंट नहीं है कि गुरु अमरदास साहब सच्चे पातशाह जी का भी जिहड़ा नगर है वह बासर की है। ये प्लैंड है। लैने का मिलना, लैने का अंगद हो जाना, जेठे का मिलना, जेठे का गुरु रामदास हो जाना, ये प्री प्लैंड है। ये कोई इंसीडेंट नहीं होया। तो जदों पता लगा बासर के नगर के लोगों को भी 3 अनाथ बच्चे आए ने पिंड विच, तो बहुत लोग सिर ते हथ धरन लई आए। अज तो पिंडां शहरां च साडे तुहाडे गलियां महल्लियां च बड़ियां बित्थां पै गईयां, दिलों च बड़ियां दूरियां पै गईयां, बड़े झगड़े वध गए। पर कई पिंडां च अज भी ये प्रथा है कि जे एक घर च दुख आया तो वह दुख सारे पिंड का ही है। तो सारे पिंड के इतिहास कहता है, सारे पिंड के नगर के लोग इन्हां बच्चों के सिर ते हथ धरन लई आए कि बच्चों उदास ना होयो, ये सारा पिंड तुहाडा ही है। तो धन गुरु अमरदास साहब सच्चे पातशाह जो उस वेले अजे सिੱਖੀ नाल नहीं जुड़े, धन गुरु अंगद साहब सच्चे पातशाह नाल नहीं मिले, पर वह भी सिर ते हथ धरन लई आए। क्योंकि आप जी जानते हो
वो वक्री गल है, वो उस वेले किसी दूजे मत को मन रहे हैं, पर है तो धर्म की बात है ना। अंदर हिरदा तो धर्म ही है ना, धर्म का दीवा तो जगदा है ना। तो बच्चों के सिर ते हथ धरन लिए आए। गुरु अमरदास साहब सच्चे पातशाह जी ने तक्या कि ये बालक बड़ा बुद्धि वाला है, बड़ा होनहार है, लियाकत बड़ी है, बड़ा ठरमे वाला है, बड़ा नेक है। तो पंजाब हिंदी का एक मुहावरा है कि होनहार बिरहा के चिकने चिकने पात। उस नज़र ने एक छोटे बच्चे दे विचों एक बहुत बड़ा प्यारा चंगा मनुख देख लिया। आप भली भांत जाणो, बीबी वीरो की वजह करके वो बाणी गा रही सी। मेरियो भैनों, मैं अज जरूर चेते कराना तुहानूं। देखो किवें कड़ी जुड़ी सिक्खी दी, किवें दातां झोली पईयां। वो बीबी सवेरे अमृत वेले दुध विच मधाणी पाई हुई बाणी गा रही सी, ते गुरु अमरदास साहब सच्चे पातशाह दे कन्नी पई। तो पुछया, धीए ये की है? आखिया, ये गुरु अंगद साहब सच्चे पातशाह की बाणी है। उस गाई हुई बाणी ने जोड़ दिता तो धन गुरु अमरदास साहब सच्चे पातशाह गुरु अंगद साहब सच्चे पातशाह की शरद विच आ गए। अज तुहाडियां गोदियां च बैठे हुए ये बाल, ये भी कलगीधर दी आने वाली पनीरी है। तुसीं भी अज ये मत लैके जाना कि अमृत वेले उठ के गाई हुई बाणी का असर की हुंदा है। गोदी विच पा के पुत नूं धी नूं सवेर दा नेतरम ते शाम दा सोदर करन दा फायदा की हुंदा है? उलझ गया अज मीडिया, टीवी, सीरीयल्स, थोड़े जे दूरी पै गई साडी। पर अपने इतिहास तो चानन लैण की कोशिश करिए। वो बीबी क्यों गा रही है? माफ़ी दे दिओ मैनू, अज असी घर नहीं कीर्तन करते, गुरुद्वारे ही आके करते। पर गुरु ने कहा सी कलयुग मैं कीर्तन प्रधाना, ये तो 24 घंटे ही करना सी। बाणी गायन करने वाली आपां कहने हैं ना, सतगुरु जी की बाणी 31 मुख रागां ते 31 तकरीबन जिहड़े मिश्रित रागां दे विच बाणी जिहड़ी आ वो सतगुरु जी ने रची हुई है। बाणी गायन करने वाली है। ताई तो उस बीबी की गाई हुई बाणी ने गुरु अमरदास साहब सच्चे पातशाह नूं गुरु अंगद साहब नाल मिला दिता। तो जदों गुरु अमरदास साहब सच्चे पातशाह गुरु अंगद साहब नूं खडूर साहब की धरती ते मिले, तो थोड़े चिर मगरों भाई जेठा जी उन्होंने भी गुरु अंगद साहब सच्चे पातशाह नाल मिलाया गया। इतिहास कहता कि वो वेला है जदों सिख कौम के चारे गुरु साहबान वख-वख अवस्थावां दे विच वख-वख जगह ते धरती ते मौजूद ने। धन गुरु नानक साहब की उम्र बहुत वडेरी हो चुकी सी, पर गुरु अंगद साहब सच्चे पातशाह भी इस संसार ते सीगे। गुरु अमरदास साहब सच्चे पातशाह भी, ते भाई जेठा जी के रूप च गुरु रामदास साहब सच्चे पातशाह। गुरु अंगद साहब सच्चे पातशाह जी का दीदार होया तो जेठे की जिंदगी बदल गई। गुरु घर नाल प्यार पै गया। गुरु के प्यार वाले असीं भी लैना है कुछ, क्योंकि जदों तुसीं अपने बच्चे नूं उंगल फड़ाओगे तो गुरुद्वारे लैके आओगे, ये याद रखना है, ये उंगल गुरु नूं भी फड़ाउणी है। बच्चा केवल देग तक सीमित ना रह जाए, बच्चा केवल लंगर तक सीमित ना रह जाए, बच्चा गुरु के शब्द नाल भी जुड़ जाए। तो जदों भाई जेठा जी जुड़ गए तो फिर गुरु नूं समर्पित हो गए। ये याद रखना, वो बासरकियां दे विच भी गुजारा करते घुंगणियां बेच के। नानी बजुर्ग है वो बना देंदी है तो वो बच्चों को कहती कि तुसी बेच दिओ। छोटी जी जिवें आम अजकल रेहड़ी हुंदी है, इदां दी छोटी जी रेहड़ी दे उत्ते वो घुंगणियां बेचण दा काम करदे। बच्चों को पता होएगा घुंगणियां की नवीं जिवें आम नॉर्मल इत्थे दाणे बनते हैं, उन्होंने थोड़ा जिहा गुड़ ला के दे नाल उन्होंने घुंगणियां कहा जाता है। तो नानी विचारी को होर कोई साधन नहीं सी, इस करके घुंगणियां नाले उहदा मैनूं इंज लगदा कि उस बिजनेस दे विच इन्वेस्टमेंट भी थोड़ी जी सी कि दाणियां दियां घरे ही घुंगणियां बना के किताबां भर के दे दिंदे होणे, तो वो जाके बेच दिंदे सी ते घर दा गुजारा चलाउंदे सी।
मैं लमेरे ना जावां, गुरु अमरदास साहब सच्चे पातशाह जी नूं सेवा दे बदले गुरु अंगद साहब सच्चे पातशाह जी ने जदों इस मिशन का पांधी बनाया तो गुरता गद्दी दिती गई। आप भली भांत जाणो, ये गुरु नानक का विरसा है, ये समझना पैना जरूरी। जदों गुरु नानक साहब गुरता गद्दी गुरु अंगद साहब नूं देंदे ने तो करतारपुर छड्डना पैंदा है, तो जदों गुरु अंगद साहब गुरु अमरदास साहब सच्चे पातशाह नूं गुरता गद्दी देंदे ने तो खडूर साहब छड्डना पैंदा है। क्योंकि एक गल याद रखना, गुरु घर दे विच कोई तेर मेर नहीं सी, सतगुरु जी ने किते भी कोई उलझन नहीं पाई, क्योंकि गुरु पुत्रां नूं गुरता गद्दी ना मिली होने करके ये मौका बन सकता सी भी तकरार ना हो जाए, इस करके नगर ही छड्ड दिता। वो मेरी कौमे अज देखना पैना, अज झाती जरूर मारनी पैनी है, किन्ने तकरार वधा लए असीं। निक्की निक्की गल ते तकरार हो रहा कौम का, निक्की निक्की गल ते फेसबुक ते की मजाक उड़ रहे हैं साडे, की तमाशा बनाया होया। पर कदी कौम ने सोचिया ही नहीं कि जे गुरता गद्दी मिलन तो बाद भी गुरु साहिब नूं ये महसूस होया कि गुरु पुत्रां नाल किते तकरार ना हो जाए, नगर ही छड्ड दिता। तुसीं देखो गुरु नानक साहब का केंद्री स्थान है करतारपुर, पर गुरु अंगद साहब छड्ड दिंदे ने। गुरु अंगद साहब का केंद्री स्थान है हाँ जी खडूर साहब, पर जदों गुरु अमरदास साहब नूं गुरता गद्दी मिलती है छड्ड दिता जाता है। याद है ना दातू ते दासू की स्टोरी, याद है ना जो लत्त मारी सी, छड्ड दिता। इस तरह जिदन गोविंदवाल साहब अगे जाके जदों इतिहास गोविंदवाल साहब तो अगे तुर गए अमृतसर से, ये समझना पैना इतिहास तो असी कोई प्रेरणा नहीं लेंदी। मेरी कौम ये ध्यान रखना, असी जरूर प्रेरणा लैनी है कि तकरार च नहीं पैना। गुरु ने तो गोष्ठी दी, कोई मसला आ रहा है तो इकट्ठे होवो, सफ़ा विछाओ तो अपनी गुरु के सन्मुख हो के गुरु वाल मुख करके मसले हल कर लो, तकरार च नहीं आना। तो की होया, गुरु अमरदास साहब सच्चे पातशाह एक नवा नगर वसाउंदे ने गोइंदवाल। गोइंदवाल सिੱਖੀ ਦਾ ਧੁਰਾ किया जाता है इतिहास में। जदों नवा नगर वसाया जाता है तब अपने सारे आस पास के सके संबंधियों को सतगुरु गुरु अमरदास साहब पातशाह न्योता देंदे ने कि तुसीं आके गोइंदवाल साहब च वस जाओ। तो गुरु अमरदास साहब सच्चे पातशाह की सब तो नज़दीक तो प्यारी फैमिली किहड़ी है, भाई जेठा जी दी। तो भाई जेठा जी भी तिन्ने भैन भरा ते नानी, वो गुरु अमरदास साहब सच्चे पातशाह जी के हुक्मां ते कित्थे आउंदे ने, गोइंदवाल साहब। तुसीं मेरा हंगारा भरी जाओ, मैनूं इंज लगना मैं तुहानूं बोर कर रहा, भरी जाओगे। क्योंकि बीर जी ने जदों अनाउंस किया सी, कहा सी विचारां दी सांझ पाउणगे, तो सांझ नहीं इदां पैनी भी तुसीं मैं कल्ला ही बोलां, इदां नहीं चंगा लगदा। तो मैनूं इंज लगना भी मैं बोर कर रहा। हिस्टरी है बट कोशिश करांगा कि तुहाडे तक पहुँच जे, पर जे तुसीं सौंगे तो फिर गल नहीं चलनी। इसलिए हंगारा भरी जाओ प्लीज़, क्योंकि इतिहास तो तुसीं जाणो, आपां तो नुकता विचारना है सानू की मिलिया। अज साडे इन्हां छोटे बच्चों लई ये साखी बन के तो नहीं रह गई। उस इतिहास के विचों साडी कौम लई की है, मेरे घर लई की है, मेरे लिए की है, मेरे बच्चों लई की है। मेरे ख्याल में 1.5 ਤੋਂ 2 ਲੱਖ खर्चा हो जाना इस समागम का ना। तो फिर जे 2 ਲੱਖ रुपया खर्च के भी आप कपड़े ही झाड़ के घर में मुड़े तो गुरु तो कुछ लिया ही नहीं, तो फिर फायदा कोई नहीं होना। इस करके थोड़ा सोझी रखियो, गुरु रहमत करे कि इस इतिहास विचों सानू मिल जाए कुछ। क्योंकि तुसी तो हुण तक इन्ना ही पढ़िया ना कि खलोते सी घुंगड़ियाँ बेच रहे, तो गुरु अमरदास साहब ने क्या जी ये नाल बीबी भानी का रिश्ता कर दिया, बस रिश्ता करता गुरता गद्दी देती, इतना ही पढ़िया आप? नहीं नहीं, एक एक स्टैप, एक एक दिन, एक एक घड़ी, एक एक पल इस इतिहास का साडा चानण है। बस पढ़ियो गौर नाल, समझना यतन करियो, साडे लिए बहुत कुछ। 12 साल दे सी जब गोइंदवाल साहब की धरती ते आ गए, तो उही किता शुरू करता। नवा नवा नगर वसिया सी,
बड़ी संगत आउंदी सी सतगुरु जी के दर्शनां दीदारिਆਂ ਨੂੰ। बड़ा वड्डा लंगर चलदा सी ते नानी ने उही बासरकियां वाला किता घुंगणियां वेचण दा इत्थे भी आरंभ कर दिता। साध संगत एक मैं नुकता इत्थे तुहाडे नाल साझा करना, कौड़ा बड़ा है पर मैनूं औखे सौखे लंघा लिओ प्लीज़। गौर करना इस गल दे उत्ते, मैथों लंघिया नहीं टप्पिया नहीं जाना इतिहास तो अगे जे मैं साझा ना कीता। अज मैं ते मेरे वर्गे ਜਿਹੜੇ गुरु के घर नाल जुड़े हुए ने ਜਾਂ गुरु की बात नाल जुड़े हुए ने, साडा रोजी रोटी गुरु के आसरे चलता है। गुरु की गोलक चो असीं इन्हां तो पैसे लैके जाने। किड्डा वड्डा लंगर चलता है। भाई जेठा जी की 13 साल पुरानी गुरु अमरदास जी नाल सांझ है। तुसीं सोचिया कदी कि वो कहणगे बासरकियां तो सानू उठा के लियाए जे गोइंदवाल साहब की धरती ते साडे लंगर पानी का प्रबंध तुसीं करो, सानू की लोड़ है घुंगड़ियां बेचण दी। सोचा मेरे नवे नौजवान धीओ, मेरे प्यारे वीरो, छोटे बच्चों, एक किरत का मतलब समझियो। नहीं तो किड्डा सौखा सी, वो नानी नूं कहंदे सेवा करी जाओ, तिन्ने भैण भरा सेवा करी जांदे, लंगर तो वड्डा चलदा ही सी। तो सतगुरु जी कहंदे कोई नहीं प्रसादा ही छकना, इत्थे लंगर चों छकी जाओ, घुंगणियां बेचण दी की जरूरत है। लंगर च भी सेवा करते ने पर किरत करके। आ है जेठे तो गुरु रामदास होने की बात। मेरे वर्गी मेरी कौम के हज़ारां लोग, जिन्नी मेरी कौम की पुजारी श्रेणी है, माफ़ी दे दिओ मैनू कईयां दे नहीं गल मैच करती होएगी, पर मेरे गुरु तो इदां ही कहंदा है कि लंगर दे विच सेवा करदियां भी बाहर घुंगणियां वेच के गुजारा करना पैंदा है। तां ही जेठे तो गुरु रामदास बनिया जाता। ये मेरे गुरु की मत है। ये किरत की इंपॉर्टेंस है। बच्चे नवीं पीढ़ी को बेनती करांगा, ये काम की इंपॉर्टेंस है कि वेलड़ नहीं बनना, गोलक आसरे नहीं चलना। रब ना करे कोई लोड़वंद हो जाए, कोई प्रॉब्लम आ जाए जिंदगी च, आर्थिकता तो मंदहाली हो जाए तो गरीब का मूँह गुरु की गोलक है। पर साडे वर्गे चंगे भले भी जे सिर्फ गुरु आसरे ही खाने तो गड्डी नहीं चलनी, इदां नहीं बात बननी। क्योंकि ये गल भाई जेठा जी दस रहे हैं। हुण की होया, 13 साल की सांझ है तो सतगुरु जी दे लंगर दे विच बहुत अथाह प्यार दे नाल भाई जेठा जी शरधा नाल सेवा करते हैं। कई बार 24-24 घंटे सेवा करते हैं। तो बहुत वड्डियां जिम्मेवारियां लंगर दियां सतगुरु जी ने भाई जेठा जी नूं दित्तियां होईयां ने, क्योंकि सांझ पुरानी है। वो बिल्कुल इतिहास की साखी आउंदी है कि जिद्दण आख्या सारियां घुंगणियां दे दिओ, अगले दिन फिर आख्या सारियां घुंगणियां दे दिओ। परचा भी पाउंदा है ना गुरु, गुरु ने चैक भी करना है। देखण नूं ते मेरे वर्गा बहुत चंगा सिख है, पग भी बड़ी सोहनी बन्नी है, बड़ा देखण नूं बड़ा दर्शनी सिख खालसा है। अंदरों भी कोई गल हैगी कि नहीं हैगी। ये होया सतगुरु जी ने 2-3 दिन सारियां घुंगणियां चुकवा लियां तो रास ही नहीं बची पिछे। तो अगले दिन रेडी या जो भी सी वो लगी, हट पई नहीं, लगी नहीं। तो सतगुरु जी ने पूछया भी भाई अज नहीं, कहंदे जी जिन्ना सीगा वो तुहाडे चरनां च रख दिता, अज बचिया कुछ नहीं। ये परचा सी। याद रखना साध संगत, तुसी ते मैं भी सिख हाँ, जेठा भी सिख है। गुरु नाल प्रीत वेखो, आओ हाँ आप अपनी अपनी गुरु नाल प्रीत चैक कर लीए कि साडे कोल इन्नी हैसियत है। सानू तो गुरु ने हुक्म किया सी, इसे ही गुरु ने, गुरु रामदास साहब सच्चे पातशाह ने ही दसवंध की प्रथा चलाई सी कि सिखा जिन्ना भी कमावें उहदे विचों 10वां हिस्सा गुरु के खाते का कढ नहीं। पर आप तो सारियां 100% ही घुंगणियां गुरु के खाते पा दियां। तां प्रवान होया। तेनू दस आख्या सी तू चैक करी, आपां अपने अंदर झाती मारीए हाँ। गुरु रामदास साहब सच्चे पातशाह ने साडी झोली दसवंध की प्रथा, दसवंध का हुक्म पाया सी, वो कढ़दे हैं दसवंध कि नहीं कढ़दे। वेखिए ना, वो तो सारियां घुंगणियां दे है, तां ही प्रवान होया। आपां कहने असीं भी प्रवान होना चाहुंदे हां, हम रुलते फिरते कोई बात ना पूछता, असीं भी गुरु अगे अरदास करना चाहुंदे हां। पर याद रखी सिखा, जे जेठे दी नकल मार के उहदे वांग पूरा सिख बनना चाहना है तो फिर याद रखी
जे 100% नहीं तो घट तो घट 10% गुरु की लाखी जरूर लाना पैना। ये तेरा ये गुरु का हुक्म है। प्रवान हो गया सिख। इतिहास कहता साध संगत जदों ये बौली बनाने की साखी के पिछे थोड़ा जहा होर भी इतिहास लमेर है। गोइंदवाल साहब की धरती गोइंदे खतरी तो सच्चे पातशाह हजूर ने ली सी ते उहदा जिहड़ा मुंडा है वो बड़ी गुरु घर दे नाल ईरखा रखता है। उन्हें लाहौर जाके शिकायत की कि ये जिहड़े इन्ने लोग इकट्ठे होके इस गुरु साहब की अगवाई च एक धर्म नूं सुरजीत कर रहे हैं, ये इस्लाम लई खतरा है। पुठियां सीधियां चीज़ां जाके लाहौर शिकायत करती। लाहौरों एक वफद आया जिन्हें गोइंदवाल साहब की धरती पर आके देखा सब कुछ ठीक है। वो होर ईरखा च सड़ बल गया। गोइंदे खतरी का मुंडा दिल्ली जाके शिकायत करता है अकबर के दरबार च कि गोइंदवाल साहब की धरती पर इदा एक नवा धर्म उपजरिया जिहड़ा इस्लाम लई खतरा है। ये गल अकबर के दरबार तक पहुँची, वो कन्ना तक पहुँची। तो जदों लाहौर आया अकबर आप लाहौर आया तो उसने सद्दा भेजा गोइंदवाल साहब, क्योंकि वो थोड़ा जिहा नरम दिल सी, चंगा नेक राजा सी, मुगल एंपरर्स दे विचों वो नेक मन्निया जाता है। उन्हें सतगुरु जी नूं ये सुनेहा भेजा कि मेरे कोल एक पक्ष तुहाडे विरोध विच आ चुका है, मैं चाहुंदा तुसीं जां तुहाडा नुमाइंदा आके पक्ष क्लीयर करे। तुसी अपना पक्ष रख दिओ ताकि मैं जो भी फैसला लेना वो लैण विच आसानी हो सके। मैं तुहानूं मौका देना हाँ कि तुसी अपना पक्ष लाहौर आके रख आ। देखना साध संगत आप पढ़ते ना सतगुर कोट पैंडा आगे हुए लेट है। एक कदम तू सिर्फ गुरु वाल नाल चलना, अपनी उंगल गुरु नूं फड़ाउणी है तो फिर वे की बनिया। कल तक लोग कहते ये सिर ते माँ बाप का साया नहीं, तो अज उंगल गुरु ने फड़ ली। गुरु ने मेरा भरिया हाथ रख दिता सिर ते ते की बख्शिशां झोली पईयां जी। धन गुरु अमरदास साहब सच्चे पातशाह भाई जेठा जी नूं लाहौर भेजते ने कि तुसी सिख धर्म वालों गुरु अमरदास साहब वालों जाके अकबर दे नाल गल करनी है। देखो मान किन्ना मान होएगा। ढाडिया ने सानू सिखाया समझाया कि वो माता जी ने आके आख्या जी धी जवान हुई है, उन्होंने आख्या सामने घुंगड़ियाँ बेचने वाला के खड़ा है, ये विआह कर देने। आप इदा नहीं सुनिया इतिहास नहीं। वो घुंगणियां बेचण वाले दे अंदर दी लियाकत देखना। जदों गुरु मेहर करदा है, गुरु सिर ते हथ धरदा है, फिर अकबर दी अख विच अख पा के भी वो जेठा सिक्खी दी बात पाउंदा है। दो इतिहासक फैसले करन वास्ते भाई जेठा जी ने अकबर नूं आख्या। ये अज भी ध्यान रखियो। एक सतगुरु जी ने भाई जेठा जी ने जाके अकबर नूं कहा कि जिन्ना विरोध सी वो तो सारे सवाल देते, कल्ले कल्ले सवाल का जवाब दिता। जो विरोधी धिर ने अफवाहां झूठियां तोहमतां लाइयां सी उन्हां दा जवाब दे दिता। पर नाल दी नाल दो गल्लां होर आखियां। एक कि सती प्रथा बंद होनी चाहिए है, तुहानूं याद है सती प्रथा? वो अकबर नूं जाके कहा कि सती प्रथा बंद होनी चाहिए। दूजा कहा कि जिहड़े लोग धार्मिक अस्थानां ते तीर्थ यात्रा करन लई जांदे ने उन्हां दा टोल टैक्स माफ़ होना चाहिए। उस वेले लगान लिया जाता सी यात्रियों को। हुण तुसी देखियो ना, जदों तुसी इत्थों अमृतसर नूं जाने हो तो किन्ने टोल देने पैंदे आ? हाँ जी, सरकार कहती कि तुसी यात्री हो। ये अज भी साडे गल वो सप पिया होया। पर तुसी उस वेले वेखो भाई जेठा जी ने अकबर नूं ये गल कही जाके और ये माफ़ होया। की होया? अकबर इन्ना प्रभावित होया, रिप्रजेंटेशन वधिया होगी। हुण तुसीं देखदे हो फिल्मां दे विच सीरीयल्स दे विच एक चीज़ की जदों कोई कंपनी का रिप्रजेंटेटिव वधिया प्रेजेंटेशन देंदा है किते बोर्ड ऑफ डायरैक्टर्स दे विच जाके ते किन्ना हाईली एप्रीशिएट किया जाता है। वैरी गुड, तू रिप्रजेंट किया कंपनी नूं जाके और वो उन्होंने साडे नाल बिजनेस डील कर लिया। तुसीं वेखदे हो
किड्डी वड्डी गल होंदी है। ये तो बात ही सीधी अकबर दे नाल जिहड़ा हिंद हुकूमत का बादशाह उधर हो रही है। कितना प्रभावित होया अकबर कि लाहौर तो दिल्ली जाण वेले उन्हें सुनेहा भेजा कि मैं गोइंदवाल साहब की धरती पर आना चाहना। ये किहदी काबलीयत है? धन गुरु अमरदास साहब की मेहर ते भाई जेठा जी की काबलीयत है। अकबर आया, सबनों याद है, वो पढ़िया लंगर में बैठ के उन्हें भुंजे बह के प्रसादा छकिया। आख्या मैं कुछ जगीर लंगर के नाल लवा देना। सतगुरु जी ने कहा यह पॉसीबल नहीं हो सकता, ये गुरु का लंगर है, ये संगत के दसवंध नाल एक एक दो दो रुपये छोटे छोटे पैसों नाल चलता है, तेरी लोड़ नहीं। तैनूं याद है ना हरमंदर साहब की GST माफ़ करवानी लंगर की, तो किड्डे हाड़े कड्डे कालियां ने दिल्ली जाके, तो जिदन उन्हें माफ़ करती तो किड्डे बैनर चक्के, वाह जी वाह मोदी जी ने माफ़ करती जी GST लंगर की दरबार साहब की। वो भी उन्होंने पहला कहा भी लिख के तुसीं मंगोगे साडे तो भी साडी माफ़ करो तो असीं माफ़ करांगे, वो फार्म भर के देना पैना। तो साडे वाला लाना पता नहीं वो 5-10 लाख बचना ही कि नहीं, वो दे आया जी सानूं लोड़ है साडी GST माफ़ कर। आप नाल देखी जाइए ना गुरु ने की किया। गुरु ने अकबर नूं कहा नहीं चाहिए जगीर नहीं चाहिए सरकारी पैसे ना लंगर। असीं आख्या जी फार्म भरन नूं तैयार हैं, कोई नहीं तुसीं साडा GST माफ़ करा। आप कित्थों कित्थे आ गए, आप नाल नाल अपनी भी झाती मारी। वो गोइंदे खतरी ने आसे पासे बहुत लोगों को तंग करना शुरू किया। जिथे जिथे भी संगतां पानी लैण जांदियां सी वो बहुत तंग करता सी। तपेरी साखी सुनी होनी तुसीं, बहुत तंग किया उन्होंने। तो सतगुरु जी ने बौली बनवाउण की सोची, उहदे नाल बहुत वड्डे मसले हल हुए। पहला जातां पातां दा कोड आप जी नूं याद है, शूदर दे परछावें तो भी धर्मी पिट्टे जांदे सी भी जे तेरा परछावां भी साडे ते पै गया तो साडी जिंदगी। तो सतगुरु जी ने कहा इक्को थां तो पानी, तुहानूं याद है वो तो तुसीं शायद हुण दीयां फिल्मां 'च भी देखिया होना, अजे भी यूपी बिहार के बहुत सारे एरिया इदां हुंदा है कि शूदरां दा खूह वखरा है तो अमीरां दा जां ब्राह्मणां दा खूह वखरा है। तो सतगुरु जी ने जात पात का एक भावें साडे चों निकलिया नहीं, अज भी असीं जातां 'च फसे होए। मैं आउणा उस गल ते ना, तुसीं ते मैं रिश्ते किवें करदे हो ते गुरु अमरदास ने रिश्ता किवें कीता, इहदी गल आपां एनालिसिस करांगे। पर बौली साहब बनवाई जदों तो सब तो वड्डा जात पात का छूआ छात सुच भिट का कोड़ ही कढ़ दिता। सबनों याद है कि जपजी साहब के 84 पाठ 84 पौड़ियां 84 वारी नहाउण नाल 84 कट्टी जाती है, सबनों याद है। पर की जाता पाता हैगियां जिन्हें उत्थे जपजी साहब के 84 पाठ, मैं मुबारक, मैं कोई कंडैम नहीं करता भी वो कट्टी जानी नहीं कट्टी जानी, वो थोड़ा मसला, मैं नहीं बोलना उत्थे। एवं मेरे गल रस्सा पाओगे मुड़ के, वो 84 गुरु के शब्द नाल कट्टी जानी। जे वो जपजी अंदर वस गई, जिंदगी च चानण आ गया तो तां कट्टी जानी, वो कल्ले नहाउण नाल नहीं कट्टी जानी। पर एक गल याद रखना, जेड़े 84 कट्टन जा रहे ने अपने कपड़े सिट के उत्थे गंद फैला रहे ने, पोल्यूशन फैला रहे ने, मैं उन्होंने पूछना चाहना वो बौली बनवाई सी जात पात का कोड कट्टन लई, वो कट्टिया गया? हाँ जी, असी रिश्ता करन लगे जातां वेने आ, हाँ जी वेने असी तो जातां दे नाम ते गुरुद्वारे बनाते। साडे तां एक साध ने अमृत वखरा छकाता, छकांदा है अजे भी कि जेड़े मतलब छोटी जाति दे ने उन्हां दा अमृत ही वखरा। गुरु वालों पिठ कर दी असी। उस बौली बनवाउण दी सारी जिम्मेवारी भाई जेठा जी के मोढियां ने पाई। इतिहास की एक साखी आउंदी है, साध संगत 7 दिन भाई जेठा जी सतगुरु जी के दरबार च ही नहीं गए। तो सतगुरु जी ने कहा भी जेठा जी किधर चले गए, 7 दिन हो गए दरबार च ही नहीं आए। बुलाया, पुछया जेठा जी कित्थे ने? वो कहते जी 24 घंटे बौली साहब की सेवा च रोटी पानी सब भुला होया, 24 घंटे सेवा करी जा रहे। आख्या जी बुलाओ।
ਦੇਖਿਆ ਬੜੇ ਲਿਬੜੇ ਕੱਪੜੇ ਜਿਵੇਂ ਉਹ ਸੇਵਾ ਦੇ ਵਿੱਚ ਹੋਣਗੇ ਸਤਿਗੁਰੂ ਜੀ ਦੇ ਸਨਮੁਖ ਹੋਏ। ਆਖਿਆ ਜੇਠਾ 7 ਦਿਨ ਹੋ ਗਏ ਮਿਲੇ ਹੀ ਨਹੀਂ। ਆਖਿਆ ਸਤਿਗੁਰੂ ਜੀ ਤੁਸੀਂ ਹੁਕਮ ਕੀਤਾ ਅਤੇ ਮੈਂ ਸੇਵਾ ਦੇ ਵਿੱਚ। ਅਤੇ ਸਤਿਗੁਰੂ ਜੀ ਨੇ ਇੱਕ ਗੱਲ ਪੁੱਛੀ ਤੁਹਾਡੇ ਅਤੇ ਮੇਰੇ ਲਈ। ਗੁਰੂ ਦੀ ਤਾਂ ਮੌਜ ਹੈ ਨਾ, ਇਹ ਤਾਂ ਸਾਡੇ ਲਈ ਹੈ। ਸਤਿਗੁਰੂ ਜੀ ਕਹਿਣ ਲੱਗੇ ਜੇਠੇ, ਕਹਿੰਦੇ ਸੇਵਾ ਦਾ ਕੰਮ ਠੀਕ ਹੈ, ਫਿਜ਼ੀਕਲੀ ਤੂੰ ਸੇਵਾ ਕਰ ਰਿਹਾ ਹੈ, ਤੂੰ ਆਪਾ ਸਮਰਪਿਤ ਕੀਤਾ ਹੈ, ਇਹ ਦੱਸ ਬਾਣੀ ਵੀ ਸਮਝ ਲੱਗੀ ਕਿ ਨਹੀਂ? ਮਾਨਸਿਕ ਸੇਵਾ ਵੀ ਕਰ ਰਿਹਾ ਕਿ ਨਹੀਂ ਕਰ ਰਿਹਾ? 24 ਘੰਟੇ ਗੁਰੂ ਦੀ ਬੋਲੀ ਦੀ ਸੇਵਾ ਤਾਂ ਕਰ ਰਿਹਾ। ਉਹਨਾਂ ਸਾਰੀਆਂ ਸੱਸਾਂ ਲਈ ਸੁਣਿਆ ਜਿਹੜੀਆਂ ਗੁਰਦੁਆਰੇ ਭਾਂਡੇ ਮਾਂਜਣ ਲੱਗਿਆਂ ਤਾਂ ਕਹਿੰਦੀਆਂ ਵੀ ਗੁਰੂ ਦੀ ਸੇਵਾ, ਅਤੇ ਘਰੇ ਭਾਂਡੇ ਮਾਂਜਣ ਲੱਗਿਆਂ ਕਹਿੰਦੀਆਂ ਵੀ ਨਹੀਂ ਇਹ ਨੂੰਹ ਦੀ ਵਾਰੀ ਸੀ, ਸੱਸ ਦੀ ਵਾਰੀ ਸੀ, ਜਾਂ ਇਹ ਕੋਈ ਹੋਰ ਮਾਂਜੇ, ਮੇਰਾ ਕੰਮ ਨਹੀਂ। ਗੁਰੂ ਘਰ ਦੀ ਸੇਵਾ, ਸੇਵਾ ਭਾਈ ਘਰ ਦੀ ਵੀ ਸੇਵਾ ਹੈ। ਜੇ ਘਰ ਦੀ ਸੇਵਾ ਕੰਪਲੀਟ ਹੋਊਗੀ ਗੁਰੂ ਦੀ ਸੇਵਾ ਦਾ ਫਲ ਮਿਲਣਾ, ਨਹੀਂ ਤਾਂ ਗੁਰਦੁਆਰੇ ਵਾਲੇ ਝਾੜੂ ਨਾਲ ਕੁਛ ਨਹੀਂ ਬਣਨਾ ਜੇ ਘਰੇ ਨਿਆਣੇ ਭੁੱਖੇ ਮਰ ਗਏ ਰਹਿ ਗਏ। ਇਹ ਗੌਰ ਕਰਨਾ। ਅਤੇ ਭਾਈ ਜੇਠਾ ਜੀ ਆਖਣ ਲੱਗੇ ਸਤਿਗੁਰੂ ਜੀ ਤੁਹਾਡੀ ਮਿਹਰਮਤ ਹੋਈ ਹੈ, ਤੁਹਾਡੀ ਬਖਸ਼ਿਸ਼ ਹੋਈ ਹੈ। ਮੈਂ ਬੌਲੀ ਸਾਹਿਬ ਦੀ ਸੇਵਾ ਦੇ ਨਾਲ ਨਾਲ ਬਾਬਾ ਬੁੱਢਾ ਜੀ ਤੋਂ ਬਾਣੀ ਵੀ ਦ੍ਰਿੜ ਕਰ ਰਿਹਾ ਹਾਂ। ਧੰਨ ਬਾਬਾ ਬੁੱਢਾ ਜੀ, ਉਹਨਾਂ ਤੋਂ ਬਾਣੀ ਦੀ ਵੀ ਸਿੱਖਿਆ ਲੈ ਰਿਹਾ ਹਾਂ। ਅਤੇ ਜਿੰਨੀ ਆਪ ਜੀ ਨੇ ਬਾਣੀ ਉਚਾਰਨ ਕੀਤੀ ਇੱਥੋਂ ਤੱਕ ਮੇਰੀ ਝੋਲੀ ਬਾਣੀ ਵੀ ਪੈ ਚੁੱਕੀ ਹੈ। ਸੇਵਾ ਦੇ ਨਾਲ ਨਾਲ ਦੂਜਾ ਖੰਭ ਕਿਹੜਾ ਸੀ? ਬਾਣੀ ਦਾ। ਇੱਕ ਤਨ ਦੀ ਸੇਵਾ, ਇੱਕ ਮਨ ਦੀ ਸੇਵਾ। ਅਸੀਂ ਤਨ ਦੀ ਸੇਵਾ ਕਰਕੇ ਸੁਹੇਲੇ ਕਰਨੇ, ਲੋਕ ਸੁਖੀਏ ਪਰਲੋਕ ਸੁਹੇਲੇ, ਪਰ ਮਨ ਦੀ ਸੇਵਾ ਨਾਲ ਜ਼ਿੰਦਗੀ ਸੁਹੇਲੀ ਕਰਨੀ। ਇਹ ਜ਼ਿੰਦਗੀ ਵੀ ਘੜਨੀ ਪੈਣੀ ਨਾ। ਹੁਣ ਆਈਏ ਆਨੰਦ ਕਾਰਜ। ਇੱਥੇ ਤੁਸੀਂ ਅਤੇ ਮੈਂ ਬਹੁਤ ਧਿਆਨ ਦੇਣਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਬਹੁਤ ਕੁਛ ਪਾਉਣਾ ਹੈ। ਦੁਨਿਆਵੀ ਨਿਗਾਹ ਨਾਲ ਵੇਖੀਏ ਤੇ ਘੁੰਗਣੀਆਂ ਵੇਚਣ ਵਾਲਾ, ਸਿਰ ਤੇ ਮਾਂ ਬਾਪ ਦਾ ਸਾਇਆ ਨਹੀਂ ਤੇ ਗਰੀਬ ਅੱਤ ਦਾ, ਰਿਸ਼ਤਾ ਬੀਬੀ ਭਾਨੀ ਦਾ ਕਰ ਦਿੱਤਾ ਸਾਧ ਸੰਗਤ। ਇਹ ਸਮਝਣਾ ਸਿੱਖ ਹੋਣਾ ਕੀ ਹੈ। ਸਿੱਖ ਹੋਣਾ ਕਰੋੜਪਤੀ ਹੋਣਾ ਨਹੀਂ ਹੈ, ਇਹ ਯਾਦ ਰੱਖਿਓ। ਇੱਥੋਂ ਗੱਲ ਪਤਾ ਲੱਗਦੀ ਹੈ ਗੁਰੂ ਦੇ ਪਿਆਰ ਵਾਲਿਓ। ਗਰੀਬ ਰੇਹੜੀ ਵਾਲਾ ਵੀ ਗੁਰੂ ਦਾ ਪੂਰਨ ਸਿੱਖ ਹੋ ਸਕਦਾ ਹੈ। ਮਸਲਾ ਨਹੀਂ ਹੈ ਕੋਈ ਮਰਸਡੀਜ਼ ਬੈਂਜ਼ ਵਾਲਾ ਹੀ ਗੁਰੂ ਦਾ ਸਿੱਖ ਹੋਏ। ਅੱਜ ਕੱਲ੍ਹ ਕਿਹਾ ਜਾਂਦਾ ਉਹ ਵੱਡੇ ਵੱਡੇ ਸਾਧ ਵੀ ਅਮੀਰਾਂ ਘਰੇ, ਵੱਡੇ ਵੱਡੇ ਰਾਗੀ ਵੀ ਅਮੀਰਾਂ ਘਰੇ, ਮੇਰੇ ਵਰਗੇ ਵੱਡੇ ਵੱਡੇ ਪ੍ਰਚਾਰਕ ਖਵਾਉਣ ਵਾਲੇ ਵੀ ਅਮੀਰਾਂ ਘਰੇ ਜਾ ਕੇ ਪ੍ਰਸ਼ਾਦੇ ਛਕਦੇ। ਕੋਈ ਨਹੀਂ ਦੇਖਦਾ ਉਹ ਕਮਾਈ ਹੱਕ ਦੀ ਹੈ ਕਿ ਹਲਾਲ ਦੀ ਹੈ ਕਿ ਨਹੀਂ। ਪਰ ਤੁਸੀਂ ਦੇਖੋ ਗੁਰੂ ਦੇ ਦਰ, ਗੁਰੂ ਨੇ ਦੱਸਿਆ ਕਿ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਦੁਨਿਆਵੀ ਨਹੀਂ ਹੈ। ਇਹਨੂੰ ਦੁਨੀਆ ਦੇ ਪੈਮਾਨੇ ਨਾਲ ਮਾਪਿਆ ਨਹੀਂ ਜਾ ਸਕਦਾ। ਇਹ ਗੱਲ ਗੁਰੂ ਤੇ ਸਿੱਖ ਦੀ ਹੋ ਰਹੀ ਹੈ, ਦੁਨਿਆਵੀ ਪੱਧਰ ਤੇ ਜਵਾਈ ਤੇ ਸਹੁਰੇ ਦੀ ਗੱਲ ਨਹੀਂ ਹੈ। ਤੁਸੀਂ ਵੀ ਧੀਆਂ ਵਾਲੇ ਬੈਠੇ ਹੋ, ਮੈਨੂੰ ਸਿਰਫ ਇਸ ਗੱਲ ਦਾ ਜਵਾਬ ਦੇ ਦੇਣਾ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਦੂਰ ਅੰਦੇਸ਼ੀ ਬੀਬੀ ਭਾਨੀ ਲਈ ਇੱਕ ਦੁਨਿਆਵੀ ਪੱਧਰ ਤੇ ਵੇਖਣ ਵਾਲਾ ਗਰੀਬ ਚੁਣਦੀ ਹੈ, ਪਰ ਉਹਦੇ ਅੰਦਰ ਦੀ ਅਮੀਰੀ ਵੇਖ ਲੈਂਦੀ ਹੈ। ਹੁਣ ਤੁਸੀਂ ਦੱਸਿਓ ਮੈਨੂੰ, ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਜਾ ਕੇ ਮੱਥੇ ਰਗੜਨ ਵਾਲਿਓ, ਉਸ ਦਰ ਦੇ ਉੱਤੇ ਜਾ ਕੇ ਸੇਵਾ ਕਰਨ ਵਾਲਿਓ, ਉਸ ਦਰ ਤੇ ਜਾ ਕੇ ਭਾਂਡੇ ਮਾਂਜਣ ਵਾਲਿਓ, ਉਸ ਦਰ ਤੇ ਜਾ ਕੇ ਮੱਥੇ ਰਗੜਨ ਵਾਲਿਓ, ਇਹ ਦੱਸਿਓ ਧੀ ਦਾ ਰਿਸ਼ਤਾ ਕਰਨ ਵੇਲੇ ਤੁਸੀਂ ਤੇ ਮੈਂ ਉਹਦੇ ਗੁਣ ਵੇਖਦੇ ਹਾਂ ਕਿ ਨਹੀਂ ਵੇਖਦੇ। ਆਪਾਂ ਪਤਾ ਕੀ ਇਹਨੇ ਸਮੈਕ ਨਾ ਪੀਂਦਾ ਹੋਵੇ, ਸ਼ਰਾਬ ਤਾਂ ਚਲੋ ਕੋਈ ਸਾਰੀ ਦੁਨੀਆ ਪੀਂਦੀ ਹੋਈ ਆ, ਸ਼ਰਾਬ ਦੀ ਕਿਹੜੀ ਗੱਲ ਹੈ। ਹਾਂਜੀ ਸ਼ਰਾਬ ਦੀ ਤਾਂ ਇਹ ਤਾਂ ਹੁਣ ਲੋਕਾਚਾਰੀ ਹੋ ਗਏ ਨਾ, ਸ਼ਰਾਬ ਕੋਈ ਨਸ਼ਾ ਥੋੜ੍ਹੀ ਨਾ। ਅਤੇ ਵਿਆਹਾਂ 'ਤੇ ਉਹ ਕਹਿੰਦੇ ਮਕਾਨ ਥੋੜ੍ਹੀ ਚੱਲੇ ਆ, ਵਿਆਹ ਚੱਲੇ ਆ, ਪਿਲਾਓਗੇ ਤਾਂ ਸਹੀ ਨਾ। ਕੀ ਬਣ ਗਿਆ? ਗੁਰੂ ਨੇ ਕੀ ਦਿੱਤਾ, ਅਸੀਂ ਕੀ ਬਣਾਤਾ? ਕੀ ਲਿਆ ਗੁਰੂ ਰਾਮਦਾਸ ਸਾਹਿਬ ਦੀ ਸ਼ਖਸੀਅਤ ਤੋਂ? ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਕੀ ਪਾਇਆ? ਮੇਰੀਓ ਭੈਣੋ, ਜਦੋਂ ਵਿਆਹ ਹੁੰਦਾ ਹੈ ਗਹਿਣਿਆਂ ਦਾ ਦਾਨ ਪ੍ਰਦਾਨ ਹੁੰਦਾ, ਸੂਟਾਂ ਦਾ, ਹਾਂਜੀ ਧਿਆਨ ਰੱਖਿਆ ਜਾਂਦਾ।
ਸਭ ਤੋਂ ਮਹਿੰਗੀ ਸ਼ਾਪਿੰਗ ਆਪਾਂ ਵਿਆਹਾਂ 'ਤੇ ਹੀ ਕਰਦੇ ਹਾਂ। ਜਿਹੜਾ ਗੋਲਡ ਅਫੋਰਡ ਕਰ ਸਕਦਾ ਗੋਲਡ, ਜਿਹੜਾ ਡਾਇਮੰਡ ਅਫੋਰਡ ਕਰ ਸਕਦਾ ਉਹ ਡਾਇਮੰਡਸ। ਆ ਦੇਖੋ ਹਾਂ ਭਲਾ, ਤੇ ਸਵੇਰੇ ਉੱਠ ਕੇ ਕੀ ਪੜ੍ਹਨਾ, ਕੀ ਪੜ੍ਹਦੇ ਸਵੇਰੇ ਉੱਠ ਕੇ ਜਪਜੀ ਸਾਹਿਬ 'ਚ? ਮੱਤ ਵਿੱਚ ਰਤਨ ਜੇ ਇੱਕ ਗੁਰ ਕੀ, ਤੇ ਉਹ ਤਾਂ ਵਹਿੰਦੇ ਹੀ ਨਹੀਂ। ਨਾ ਧੀ ਦਾ ਰਿਸ਼ਤਾ ਕਰਨ ਲੱਗਿਆ, ਨਾ ਪੁੱਤ ਦਾ ਰਿਸ਼ਤਾ ਕਰਨ ਲੱਗਿਆ, ਤਾਂ ਵਹਿੰਦੇ ਹੀ ਨਹੀਂ ਕਿ ਉਹ ਅਗਲੇ ਪੁੱਤ ਦੀ, ਉਹ ਅਗਲੇ ਪਰਿਵਾਰ ਦੀ ਮੱਤ ਵਿੱਚ ਕੋਈ ਗੁਰੂ ਦੇ ਸ਼ਬਦ ਦਾ ਹੀਰੇ ਜਵਾਹਰਾਤ ਹੈਗਾ ਕਿ ਨਹੀਂ ਹੈਗਾ। ਛੱਜ ਤਾਂ ਭਾਵੇਂ ਹੀਰਿਆਂ ਦਾ ਕੋਲੇ ਗਹਿਣਿਆਂ ਦਾ ਭਰੀ ਫਿਰਦੇ ਹੋ। ਹਾਂਜੀ, ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਤਿਗੁਰ ਜੀ। ਦੇਖੋ ਸਹੀ, ਕਿਤੇ ਪਾਪਾਂ ਦੇ ਨਾਲ ਇੰਨੀ ਵੱਡੀ ਜਾਇਦਾਦ ਇਕੱਠੀ ਕਰਕੇ ਸਾਡੀ ਧੀ ਨੂੰ ਛੱਜ ਗਹਿਣਿਆਂ ਦਾ ਪਾਉਣ ਲੱਗੇ ਆ। ਵੇਖ ਤੇ ਲਈਏ, ਕਮਾਈ ਪਾਪਾਂ ਦੀ ਤਾਂ ਨਹੀਂ। ਕਿਸੇ ਗਰੀਬ ਦਾ ਗਲ ਘੁੱਟ ਕੇ ਤੇ ਗਹਿਣੇ ਨਹੀਂ ਬਣਾਏ ਜਿਹੜੇ ਮੇਰੇ ਧੀ ਜਾਂ ਪੁੱਤ ਨੂੰ ਪਾਉਣੇ ਆ। ਆਪਾਂ ਨਹੀਂ ਮਹਿੰਦੇ, ਸੱਚ ਕਰਕੇ ਜਾਣਿਓ। ਤੁਸੀਂ ਵੀ ਮੇਰੀ ਗੱਲ ਇੱਥੇ ਸੁਣ ਕੇ ਛੱਡ ਜਾਣੀ ਜੇ। ਗੁਰੂ ਅਮਰਦਾਸ ਸਾਹਿਬ ਦੀ ਗੱਲ ਅਸੀਂ ਸਮਝਣੀ ਹੀ ਨਹੀਂ ਕਿ ਗਲ ਵਿੱਚ ਪਾਏ ਹੋਏ ਡਾਇਮੰਡ ਨੈਕਲਸ ਨੇ ਕੁਝ ਨਹੀਂ ਕਰਨਾ। ਧੀ ਨਹੀਂ ਵਸਾਉਣੀ, ਧੀ ਵਸਾਉਣੀ ਹੈ ਸੁਰਤ ਵਿੱਚ ਗਹਿਣਾ ਹੈਗਾ ਕਿ ਨਹੀਂ ਹੈਗਾ, ਮੱਤ ਵਿੱਚ ਰਤਨ ਜਵਾਹਰ ਮਾਣਕ ਹੈਗੇ ਕਿ ਨਹੀਂ ਹੈਗੇ। ਫਰਕ ਇੰਨਾ ਹੀ ਹੈ ਮੇਰੀਓ ਭੈਣੋ। ਇੱਥੋਂ ਵਾਲੇ ਤੇ ਤੁਹਾਡਾ ਬਾਪ ਅਫੋਰਡ ਕਰ ਸਕਦਾ ਹੋਏਗਾ, ਉਹ ਠੱਗੀ ਠੋਰੀ ਮਾਰ ਕੇ ਵੀ ਤੁਹਾਡੇ ਲਈ ਇੱਥੋਂ ਵਾਲਾ ਡਾਇਮੰਡ ਨੈਕਲਸ ਬਣਾ ਕੇ ਦੇ ਦੂਗਾ ਤੁਹਾਨੂੰ। ਪਰ ਇੱਕ ਗੱਲ ਯਾਦ ਰੱਖੀ ਮੇਰੀ ਇਹ ਭੈਣੇ, ਮੇਰੀ ਇਹ ਧੀਓ, ਤੁਹਾਨੂੰ ਵਸਾਉਣਾ ਅਗਲੇ ਘਰ ਇੱਥੋਂ ਵਾਲੇ ਡਾਇਮੰਡਸ ਨੇ। ਤੇ ਉਹ ਕਿੱਥੋਂ ਮਿਲਣੇ ਆ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ। ਆਪਾਂ ਸਿੱਖਿਆ ਲੈ ਲਈਏ ਸਾਧ ਸੰਗਤ। ਗੁਰੂ ਰਾਮਦਾਸ ਦੇ ਜੇ ਸਿੱਖ ਖਵਾਉਣਾ ਨਾ, ਜੇ ਸਿੱਖ ਖਵਾਉਣਾ ਤੇ ਫਿਰ ਧੀਆਂ ਤੇ ਪੁੱਤਾਂ ਦੇ ਰਿਸ਼ਤੇ ਕਰਨ ਲੱਗਿਆਂ ਗੁਣਾਂ ਦੀ ਸਾਂਝ ਦੇਖ ਲਈਏ। ਫਿਰ ਦੇਖ ਲਈਏ ਕਿ ਸਾਨੂੰ ਕੀ ਮਿਲਣਾ। ਮੈਂ ਇੱਕ ਗੱਲ ਹੋਰ ਕਹਿਣੀ, ਧਿਆਨ ਰੱਖਿਓ ਇੱਥੇ। ਲਾਵਾਂ ਦਾ ਪਾਠ ਕਿੰਨੇ ਉਚਾਰਨ ਕੀਤਾ? ਬੋਲੋ ਜੀ। ਤੁਹਾਡਾ ਸਾਰਿਆਂ ਦਾ ਜਿਨ੍ਹਾਂ ਦਾ ਆਨੰਦ ਕਾਰਜ ਹੋਇਆ ਉਹ ਲਾਵਾਂ ਦਾ ਪਾਠ ਕਿੰਨੇ ਉਚਾਰਨ ਕੀਤਾ? ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਪੂਰੇ ਸੰਸਾਰ ਦੇ ਵਿੱਚ ਸਿੱਖ ਜਦੋਂ ਆਨੰਦ ਕਾਰਜ ਕਰਵਾਉਂਦੇ ਤੇ 4 ਲਾਵਾਂ ਦਾ ਪਾਠ ਕੀਤਾ ਜਾਂਦਾ। ਤੁਹਾਨੂੰ ਪਤਾ ਹੈ ਉਹ ਲਾਵਾਂ ਦਾ ਪਾਠ ਦਾ ਸੰਬੰਧ ਤੁਹਾਡੇ ਮੇਰੇ ਵਿਆਹ ਨਾਲ ਨਹੀਂ ਹੈਗਾ, ਪਤਾ ਜੀ? ਹਾਂਜੀ, ਤੁਹਾਨੂੰ ਪਤਾ ਉਹ 4 ਲਾਵਾਂ ਦੇ ਪਾਠ ਦਾ ਸੰਬੰਧ ਤੁਹਾਡੇ ਸਾਡੇ ਜਿਹੜੇ ਵਿਆਹ ਹੁੰਦੇ ਉਹਨਾਂ ਨਾਲ ਨਹੀਂ ਹੈ। ਉਹ ਕਿਹੜੇ ਵਿਆਹ ਦੀ ਬਾਤ ਹੈ? ਜੀਵ ਰੂਪੀ ਇਸਤਰੀ ਦਾ ਪ੍ਰਭੂ ਰੂਪੀ ਪਰਮਾਤਮਾ ਦੇ ਨਾਲ ਆਨੰਦ ਕਾਰਜ ਹੋਣਾ ਜਿਹੜਾ ਅੰਤਮ ਉਹਦਾ ਵਾਸਤਾ ਹੈ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਲਾਵਾਂ ਦਾ ਪਾਠ ਸਾਨੂੰ ਦਿੱਤਾ ਸੀ ਕਿ ਭਾਈ ਜੀਵ ਰੂਪੀ ਇਸਤਰੀ ਨੇ ਜਦੋਂ ਪ੍ਰਭੂ ਰੂਪੀ ਪਰਮਾਤਮਾ ਨਾਲ ਵਿਆਹ ਰਚਾਉਣਾ ਹੈ ਤੇ ਉਹ 4 ਪੜਾਅ ਕਿਹੜੇ ਹੋਣੇ ਚਾਹੀਦੇ ਆ। ਜੇ ਤੈਨੂੰ ਉਹ 4 ਪੜਾਵਾਂ ਦੀ ਜਾਂਚ ਆ ਗਈ ਤੇਰੀ ਉੱਥੇ ਵਿਆਹ ਹੋ ਜਾਊਗਾ, ਸਫਲਾ ਹੋ ਜਾਊਗਾ। ਤੇ ਆਪਣੇ ਗੁਰਸਿੱਖਾਂ ਨੇ ਕੀ ਸੋਚਿਆ ਕਿ ਦੇਖੋ ਗੁਰੂ ਸਾਹਿਬ ਨੇ ਤਾਂ ਜੀਵ ਰੂਪੀ ਇਸਤਰੀ ਦਾ ਪ੍ਰਭੂ ਰੂਪੀ ਪਰਮਾਤਮਾ ਨਾਲ ਵਿਆਹ ਰਚਾਉਣ ਵੇਲੇ ਲਾਵਾਂ ਝੋਲੀ ਪਾਈਆਂ ਨੇ, ਪਰ ਜੇ ਕਿਤੇ ਸਾਡੀ ਬੱਚੀ ਤੇ ਬੱਚੇ ਨੂੰ ਇਹਨਾਂ ਲਾਵਾਂ ਦੀ ਦ੍ਰਿੜਤਾ ਮਿਲ ਗਈ ਤੇ ਇਹਨਾਂ ਦੀ ਜ਼ਿੰਦਗੀ ਤੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣਗੇ ਕਿ ਨਹੀਂ ਹੋਣਗੇ? ਉਹ ਤੇ ਵੱਡਾ ਵਿਆਹ ਵਾ, ਇਹ ਤੇ ਛੋਟਾ ਵਿਆਹ ਵਾ। ਜੇ ਉਹ 4 ਸਟੈਪ ਆਪਾਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਦਈਏ ਤੇ ਦੁਨੀਆ ਦੇ ਨਕਸ਼ੇ ਤੋਂ ਤਲਾਕ ਸ਼ਬਦ ਮਿਟ ਜਾਏਗਾ। ਇਹ ਮੇਰੀ ਗੱਲ ਨਾਲ ਸਹਿਮਤ ਹੋ ਕਿ ਨਹੀਂ? ਹਾਂਜੀ, ਸਹਿਮਤ ਹੋ? ਜੇ 4 ਲਾਵਾਂ ਦੇ ਉਹ 4 ਸਟੈਪ ਪੂਰੇ ਸੰਸਾਰ ਦਾ ਕੋਈ ਵੀ ਮਨੁੱਖ ਆਪਣੀ ਜ਼ਿੰਦਗੀ 'ਤੇ ਲਾਗੂ ਕਰ ਦੇ, ਉਹਦੀ ਜ਼ਿੰਦਗੀ 'ਚੋਂ ਤਲਾਕ ਸਦਾ ਲਈ। ਹੁਣ ਮੈਨੂੰ ਇਹ ਦੱਸੋ ਵੀ ਸਿੱਖਾਂ ਦੇ ਤਲਾਕ ਹੁੰਦੇ ਆ? ਸਿੱਖਾਂ 'ਚ ਤਲਾਕ ਹੁੰਦੇ ਆ? ਆਪਾਂ ਕਿੱਥੇ ਆ ਗਏ? ਸਿੱਖ ਧੀਆਂ ਤੇ ਪੁੱਤਾਂ ਦੇ ਤਲਾਕ ਹੁੰਦੇ ਆ। ਸਾਡਾ ਬਾਬਾ ਤਾਂ ਸਾਰੇ ਜੱਗ ਨੂੰ, ਪੂਰੇ ਸੰਸਾਰ ਨੂੰ ਤਾਰਨ ਲਈ ਉਹ 4 ਸਟੈਪ ਦੇ ਗਿਆ ਕਿ ਵਿਆਹ ਸਫਲਾ ਕਿਵੇਂ ਹੋਣਾ, ਜ਼ਿੰਦਗੀ ਸਫਲੀ ਕਿਵੇਂ ਹੋਣੀ ਆ। ਸਾਡੇ ਤੋਂ ਆਪਦੀ ਜ਼ਿੰਦਗੀ ਸਫਲੀ ਨਹੀਂ ਹੋ ਰਹੀ। ਉਹਦਾ ਕਾਰਨ ਹੈ
ਜਦੋਂ ਉਹ ਬਾਬਾ ਜੀ 4 ਲਾਵਾਂ ਦਾ ਪਾਠ ਕਰ ਰਹੇ ਹੁੰਦੇ ਆ ਨਾ, ਕੁੜੀ ਧਿਆਨ ਰੱਖ ਰਹੀ ਹੁੰਦੀ ਹੈ ਵੀ ਮੈਂ ਉਹ ਆਪਣੇ ਜਿਹੜਾ ਪਾਇਆ ਗੋਲ ਜਿਹਾ ਉਹਦੇ ਨਾਲ ਪੈਰ ਅੜ ਕੇ ਕਿਤੇ ਡਿੱਗ ਤੇ ਨਾ ਪਵਾਂਗੀ, ਲਹਿੰਗੇ ਤੇ ਉਹ ਲਹਿੰਗੇ 'ਚ ਪੈਰ ਤੇ ਨਾ ਫਸ ਜੂ ਮੇਰਾ। ਉਹ ਵਿਚਾਰੀ ਦੇਖ ਰਹੀ ਹੁੰਦੀ ਹੈ ਵੀ ਕਲੀਰੇ ਤੇ ਨਾ ਫਸ ਜਾਣਗੇ ਕਿਤੇ, ਮੇਰੀ ਚੁੰਨੀ ਠੀਕ ਹੈ। ਏਡੇ ਅਕਿਰਤਕਣ ਹੋ ਗਏ ਆ ਸਾਧ ਸੰਗਤ, ਮੈਨੂੰ ਮਾफ़ੀ ਦੇ ਦਿਓ, ਤੁਸੀਂ ਆਖੋਗੇ ਬਹੁਤ ਉਲਟਾ ਬੋਲਦਾ ਹਰ ਵਾਰ, ਮਾफ़ੀ ਦੇ ਦਿਓ ਮੇਰੇ ਸ਼ਬਦਾਂ ਲਈ। ਅਸੀਂ ਕਿੰਨਾ ਸਮਾਂ ਲੱਗਦਾ ਉਹ 4 ਲਾਵਾਂ ਦੇ ਪਾਠ 'ਤੇ? ਅੱਧਾ ਘੰਟਾ ਲੱਗਦਾ ਹੋਊਗਾ। ਹਾਂਜੀ, ਦੇਖੋ ਬੱਚੇ ਤੇ ਬੱਚੀ ਦੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ 30 ਮਿੰਟਸ ਅਸੀਂ ਕਾਹਦੇ 'ਚ ਉਲਝਾਤੇ ਆ? ਉਹ ਲਹਿੰਗੇ, ਕਲੀਰੇ, ਸੇਰੇ, ਕਲਗੀ, ਉਹ ਪਤਾ ਨਹੀਂ ਕੀ ਜਿਹੜਾ ਸਮਾਨ ਪਾਇਆ, ਉਹ ਵਿਚਾਰਾ ਉਲਝਦਾ ਫਿਰਦਾ, 7-8 ਕੈਮਰਿਆਂ ਵਾਲੇ ਵਿੱਚ ਵੱਜਦੇ ਫਿਰਨ ਡਿਆ। ਤੁਹਾਡੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ 30 ਮਿੰਟਸ ਤੁਸੀਂ ਕਿੱਥੇ ਖਚਿਤ ਕਰਤੇ? ਗੁਰੂ ਰਾਮਦਾਸ ਸਾਨੂੰ ਚੇਤੇ ਭੁੱਲ ਗਿਆ, ਚੇਤੇ ਨਹੀਂ ਰਿਹਾ, ਤਾਂ ਹੀ ਸਾਡੀ ਜ਼ਿੰਦਗੀ 'ਚ ਤਲਾਕ ਆ ਗਏ, ਕਿਉਂਕਿ ਉਹ 15 ਮਿੰਟ 20 ਮਿੰਟ ਜਦੋਂ ਲਾਵਾਂ ਦਾ ਪਾਠ ਚੱਲ ਰਿਹਾ ਸੀ, ਬੱਚੀ ਤੇ ਬੱਚੇ ਦੀ ਸੁਰਤ ਲੱਗੀ ਨਹੀਂ ਸੀ। ਉਹ ਮੁੰਡਾ ਮੇਰੇ ਵਰਗਾ ਸੋਚੀ ਜਾਂਦਾ ਵੀ ਉਹ ਪੈਲਸ 'ਚ ਗਾਉਣ ਵਾਲੀ ਲੱਗੀ ਆ, ਕਿਤੇ ਸਾਰੇ ਗਾਣੇ ਪਹਿਲਾਂ ਹੀ ਨਾ ਬੋਲਦੇ ਮੇਰੇ ਜਾਣ ਤੋਂ, ਸਨੈਕਸ ਖਤਮ ਤਾਂ ਨਹੀਂ ਹੋ ਜਾਣਗੇ ਜਾਂਦਿਆਂ ਨੂੰ। ਕਿੱਥੇ ਉਲਝ ਗਏ ਸਾਧ ਸੰਗਤ? ਆਨੰਦ ਕਾਰਜ ਜਾਂਦੇ ਅਸੀਂ, ਆਨੰਦ ਤੇ ਰਿਹਾ ਹੀ ਨਹੀਂ, ਭੂਤ ਭੰਗੜਾ ਬਣ ਗਿਆ। ਉਹ ਕੀ ਬਣਾ ਦਿੱਤਾ ਆਨੰਦ ਕਾਰਜ ਨੂੰ ਅਸੀਂ? ਤੇ ਅਸੀਂ ਯਾਦ ਕਰਦੇ ਹਾਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ, ਜਿਹਨੇ ਲਾਵਾਂ ਝੋਲੀ ਪਾ ਕੇ ਸਾਰੇ ਸੰਸਾਰ ਤੋਂ ਤਲਾਕ ਖਤਮ ਕਰਨ ਦੀ ਜਾਚ ਦਿੱਤੀ ਸਾਨੂੰ। ਬਣਦਾ ਤੇ ਇਹ ਸੀ ਕਿ ਮੇਰੀ ਭੈਣ, ਮੇਰਾ ਵੀਰ ਲਾਵਾਂ ਦੀ ਬਾਣੀ ਨੂੰ ਦ੍ਰਿੜ ਕਰਕੇ ਇੰਨਾ ਚੜ੍ਹਦੀ ਕਲਾ 'ਚ ਆ ਜਾਂਦਾ ਕਿ ਜੇ ਗੁਆਂਢ ਦੇ ਵਿੱਚ ਕੋਈ ਤਲਾਕ ਦੇ ਪੱਧਰ 'ਤੇ ਜੋੜਾ ਜਾਂਦਾ, ਉਹ ਗੁਰੂ ਦੀ ਬਾਣੀ ਉਹਨਾਂ ਦੀ ਝੋਲੀ ਪਾਉਂਦੇ ਜਾ ਕੇ ਕਿ ਭਾਈ ਜੇ ਤੂੰ ਗੁਰੂ ਦੀ ਮੱਤ ਲਏਗਾ ਤੇਰੇ ਰਿਸ਼ਤੇ ਸੁਖਾਲੇ ਹੋ ਜਾਣਗੇ। ਤੁਸੀਂ ਆਖੋਗੇ ਜੀ ਅਸੀਂ ਥੋੜ੍ਹਾ ਚਾਹੁੰਦੇ ਹਾਂ, ਕੋਈ ਮਾਂ-ਬਾਪ ਥੋੜ੍ਹੀ ਚਾਹੁੰਦਾ ਤਲਾਕ ਹੋ ਜੇ, ਕੋਈ ਮਾਂ-ਬਾਪ ਤਾਂ ਨਹੀਂ ਚਾਹੁੰਦਾ ਤਲਾਕ ਹੋ ਜੇ। 40-40 50-50 ਲੱਖ, ਹੁਣ ਕਰੋੜ 2-2 ਕਰੋੜ ਤੱਕ ਵੀ ਪਹੁੰਚ ਗਈ ਗੱਲ। ਇੰਨਾ ਪੈਸਾ ਲਾ ਕੇ ਤੇ ਵਿਆਹ ਕਰਦੇ ਹਾਂ, ਚਾਹੁੰਦੇ ਥੋੜ੍ਹੀ ਤਲਾਕ ਹੋ ਜੇ। ਅਸੀਂ ਚਾਹੁੰਦੇ ਨਹੀਂ ਤਲਾਕ ਹੋ ਜੇ, ਪਰ ਮਜਬੂਰੀ ਹੈ ਜੀ, ਹੋ ਜਾਂਦਾ। ਹੋ ਤਾਂ ਜਾਂਦਾ ਕਿਉਂਕਿ ਜਿਸ ਢੰਗ ਨਾਲ ਰਿਸ਼ਤਾ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨਾਲ ਕੀਤਾ ਸੀ, ਗੁਣਾਂ ਦੀ ਸਾਂਝ ਵਾਲਾ, ਉਹ ਨਹੀਂ ਕੀਤਾ। ਕਿੰਨੇ ਗੱਜ ਕੋਠੀ ਹੈ, ਕਿੰਨੀਆਂ ਕਾਰਾਂ ਨੇ ਉਹਨਾਂ ਕੋਲ, ਕਿੰਨਾ ਬੈਂਕ ਬੈਲੈਂਸ ਹੈ ਉਹਨਾਂ ਕੋਲ, ਕੁੜੀ ਕੱਲੀ ਹੈ, ਫਿਰ ਤਾਂ ਕਿਆ ਬਾਤ ਹੈ, ਸਾਰੀ ਜਾਇਦਾਦ ਸਾਡੀ ਹੋਈ ਹੈ। ਇੰਨਾ ਪੜ ਗਈ, ਕਿੰਨੀ ਕਮਾਈ, ਕਿੰਨੇ ਫਿਗਰਸ ਉਹ ਲਿਖਿਆ ਮਿਲਦਾ। ਜਿਹੜੀ ਐਡ ਆਉਂਦੀ ਨਾ, ਉਹ ਜਿਹੜੀ ਮੈਟਰਮੋਨੀਅਲਸ ਐਡ ਦੇ ਵਿੱਚ ਇੰਨੇ ਫਿਗਰਸ, ਉਹ ਤੁਹਾਡੇ ਫਿਗਰ ਜ਼ਿੰਦਗੀ ਦਾ ਸੁੱਖ ਦਿੰਦੇ ਆ ਭਾਈ। ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਅੰਦਰ ਦੀ ਅਮੀਰੀ ਦੇਖੀ। ਗੁਰਮੁਖ ਹਿਰਦਾ ਅੰਦਰ ਦੀ ਗੱਲ ਸੀ, ਬਾਹਰ ਦੀ ਅਮੀਰੀ ਗਰੀਬੀ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਦਾ। ਤੇ ਸਾਧ ਸੰਗਤ ਅੱਜ ਇੰਨਾ ਕੁ ਲੈ ਜਾਓਗੇ, ਇੰਨਾ ਕੁ ਪ੍ਰਣ ਕਰਦੇ ਹੋ ਕਿ ਅਸੀਂ 4 ਲਾਵਾਂ ਦਾ ਪਾਠ ਦ੍ਰਿੜ ਕਰਾਂਗੇ। ਜਿਨ੍ਹਾਂ ਦੀਆਂ ਹੋ ਚੁੱਕੀਆਂ ਉਹ ਵੀ ਕਰ ਲਓ ਦੁਬਾਰਾ, ਕੋਈ ਗੱਲ ਨਹੀਂ, ਇਹ ਤਾਂ ਬਾਣੀ ਹੈ ਨਾ। ਤੁਹਾਨੂੰ ਕਿਹਾ ਵਿਆਹ ਨਾਲ ਕੋਈ ਸੰਬੰਧ ਨਹੀਂ। ਜਦੋਂ ਵੀ ਤੁਹਾਡਾ ਪਤੀ ਤੇ ਪਤਨੀ ਦੇ ਰਿਸ਼ਤੇ 'ਚ ਕਿਤੇ 1% ਵੀ ਇੱਧਰ ਉੱਧਰ ਹੋਣ ਲੱਗੇ, ਲਾਵਾਂ ਦੀ ਬਾਣੀ ਨਾਲ ਜੁੜ ਜਾਓ, ਸਾਡਾ ਪਾਰ ਉਤਾਰਾ ਹੋ ਜਾਊਗਾ। ਕਿਉਂਕਿ ਗੁਰੂ ਦੇ ਪਿਆਰ ਵਾਲਿਓ, ਮੇਰੀ ਹੱਥ ਬਣ ਕੇ ਝੋਲੀ ਅੱਡ ਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਅਸੀਂ ਬਹੁਤ ਪੁੱਠੇ ਰਾਹ ਪੈ ਚੁੱਕੇ, ਗੱਲਾਂ ਦੀ ਗੱਲ ਰਹਿ ਗਈ ਹੈ। ਮੇਰੇ ਵਰਗੇ ਸਿਰਫ ਭਾਸ਼ਣ ਜੋਗੇ ਨੇ, ਕਿਰਦਾਰ ਨਹੀਂ ਬਣੇ ਸਾਡੇ ਤੋਂ ਸਿੱਖੀ ਦੇ ਅਨੁਸਾਰੀ। ਕਿਉਂਕਿ ਹਰ ਚੀਜ਼ ਫਾਰਮਲ ਹੋ ਚੁੱਕੀ ਹੈ। ਪ੍ਰਚਾਰਕ ਨੇ ਪੈਸੇ ਲੈਣੇ, ਗੱਲ ਕਰਨੀ, ਘਰ ਨੂੰ ਜਾਣਾ, ਉਹ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਨਹੀਂ। ਤੇ ਜਵਾਨੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੀ ਹੈ ਕਿ ਗੁਰੂ ਕੁਛ ਹੋਰ ਕਹਿ ਰਿਹਾ, ਇਹ ਕਰ ਕੁਛ ਹੋ ਰਹੇ ਨੇ, ਮੈਂ ਕੀ ਕਰਾਂ? ਬਣੇਗਾ ਕੀ? ਕਿਉਂਕਿ ਸਾਡੀ ਕਹਿਣੀ ਤੇ ਸਾਡੀ ਕਥਨੀ ਇੱਕ ਨਹੀਂ ਰਹੀ। ਗੁਰੂ
ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਡਿਊਟੀ ਲੱਗੀ ਅਗਲੀ ਅੰਮ੍ਰਿਤਸਰ ਸਾਹਿਬ ਦੀ ਸਿਰਜਣਾ ਵਾਸਤੇ। ਤੁਸੀਂ ਯਾਦ ਹੈ, ਤੁਹਾਨੂੰ ਪਤਾ ਸਾਰਿਆਂ ਨੂੰ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਿੱਡੀ ਸੋਚ, ਕਿੱਡੀ ਵੱਡੀ ਸਿੱਖ ਧਰਮ ਦੀ ਸਾਡੀ ਕੌਮ ਨੂੰ ਇਕਨੋਮਿਕ ਫੈਕਟਰ ਮਜ਼ਬੂਤ ਕਰਨ ਵਾਸਤੇ ਦਸਵੰਧ ਦਾ ਸਿਸਟਮ ਚਲਾਇਆ। 22 ਮੰਜੀਆਂ ਯਾਦ ਹੈ, ਪਹਿਲਾਂ ਹੀ ਬਣ ਚੁੱਕੀਆਂ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ 22 ਮੰਜੀਆਂ ਥਾਪੀਆਂ ਗਈਆਂ। ਪਰ ਮਸੰਦ ਪ੍ਰਥਾ ਚਲਾ ਕੇ ਦੂਰ ਦਰੇਡੇ ਵਾਸਤੇ ਸਿੱਖਾਂ ਨੂੰ ਕਿਹਾ, ਕਿਉਂਕਿ ਇੱਕ ਗੱਲ ਯਾਦ ਰੱਖਿਓ, ਵਸਾਉਣ ਦੀ ਜ਼ਿੰਮੇਵਾਰੀ ਜਾਂ ਤਾਂ ਰਾਜਿਆਂ ਦੀ ਹੁੰਦੀ ਸੀ ਜਾਂ ਅਮੀਰ ਲੋਕ ਵਸਾਉਂਦੇ ਸੀ। ਪਰ ਸਤਿਗੁਰ ਜੀ ਦੀ ਇਹ ਵੱਡੀ ਸੋਚ ਸੀ ਕਿ ਮੈਂ ਆਪਣੀ ਕੌਮ ਨੂੰ ਬਹੁਤ ਵੱਡੇ ਪੱਧਰ ਤੇ ਬਿਲਡ ਕਰਨਾ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਅੱਜ ਜਦੋਂ ਤੁਸੀਂ ਅੰਮ੍ਰਿਤਸਰ ਕਦੀ ਵੀ ਜਾਓ ਤਾਂ ਉੱਥੋਂ ਦੇ ਐਡਰੈਸ ਕੀ ਨੇ? ਬਾਬਾ ਦੀਪ ਸਿੰਘ ਜੀ ਹੋਰਾਂ ਦਾ ਜਿਹੜਾ ਸਥਾਨ ਹੈ ਉਹਦੇ ਲਾਗੇ ਨੇ ਕਿੱਤੇ। ਇੱਕ ਸ਼ਬਦ ਆਉਂਦਾ ਐਡਰੈਸ 'ਚ, ਉਹ ਕਹਿੰਦੇ ਕਿੱਥੇ ਘਰ ਤੁਹਾਡਾ? ਕਹਿੰਦੇ ਕਿੱਤਿਆਂ ਲਾਗੇ। 52 ਕਿੱਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਾਏ। ਕਿੱਤੇ ਮਤਲਬ ਕਾਰੀਗਰ, 52 ਤਰ੍ਹਾਂ ਦੇ ਕਾਰੀਗਰ, 52 ਤਰ੍ਹਾਂ ਦਾ ਕਾਰੋਬਾਰ ਸਤਿਗੁਰੂ ਜੀ ਨੇ ਉੱਥੇ ਡਿਵੈਲਪ ਕੀਤਾ। ਆਪਾਂ ਸੁਣਦੇ ਹਾਂ ਨਾ, ਘਿਓ ਮੰਡੀ ਐਡਰੈਸ ਹੈ, ਘਿਓ ਮੰਡੀ, ਲੂਣ ਮੰਡੀ, ਘਾਹ ਮੰਡੀ। ਆਪਾਂ ਜਦੋਂ ਹੁਣ ਅੰਮ੍ਰਿਤਸਰ ਦੇ ਐਡਰੈਸ ਇੱਦਾਂ ਦੇ ਨੇ, ਉਹ ਮੰਡੀਆਂ ਐਸਟੈਬਲਿਸ਼ ਕੀਤੀਆਂ। ਇਕਨੋਮਿਕ ਫੈਕਟਰ ਨੂੰ, ਕਾਬਲ ਤੋਂ ਘੋੜਿਆਂ ਦੀ ਖਰੀਦਦਾਰੀ ਜਿਹੜੀ ਗੁਰੂ ਸਾਹਿਬ ਨੇ ਸ਼ੁਰੂ ਕਰਵਾਈ ਅੰਮ੍ਰਿਤਸਰ ਦੇ ਨਾਲ। ਇਹ ਨਹੀਂ ਹੈ ਕਿ ਦੁਨਿਆਵੀ ਤੌਰ ਤੇ ਕੋਈ ਸਿੱਖ ਦੀ ਗਰੀਬ ਰਹਿਣਾ ਹੈ। ਇਹ ਸਾਡੇ ਗੁਰੂ ਨੇ ਸਾਨੂੰ ਮੱਤ ਦਿੱਤੀ ਹੈ, ਕਿਉਂਕਿ ਕਿਰਤ ਤਾਂ ਮੈਂ ਪਹਿਲਾਂ ਹੀ ਦੱਸਿਆ, ਲੰਗਰ ਸੀ ਪਰ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ। ਅੱਜ 52 ਤਰ੍ਹਾਂ ਦੇ ਕਿੱਤੇ ਤੇ ਮੰਡੀਆਂ ਬਣਵਾ ਕੇ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਵੱਡਾ ਪ੍ਰਫੁੱਲਿਤ ਕੀਤਾ। ਸਾਨੂੰ ਤਾਂ ਸਿਰਫ ਸਰੋਵਰ ਹੀ ਯਾਦ ਹੈ ਨਾ, ਕਿਉਂਕਿ ਆਪਾਂ ਦਰਸ਼ਨ ਕਰਦੇ ਹਾਂ, ਆਪਾਂ ਉੱਥੇ ਨਤਮਸਤਕ ਹੁੰਦੇ ਹਾਂ, ਸੋਚਦੇ ਹਾਂ, ਗੁਰੂ ਅੱਗੇ ਅਰਦਾਸ ਕਰਦੇ ਹਾਂ, ਸਾਡੇ ਪਾਪ ਕੱਟ ਲੈ, ਸਾਡੀਆਂ ਝੋਲੀਆਂ ਭਰ ਦੇ। ਗੁਰੂ ਭਰਦਾ ਵੀ ਹੈ, ਜੋ ਮੰਗੇ ਠਾਕੁਰ ਸੋਈ ਸੋਈ ਦੇਵੇ, ਕੋਈ ਸ਼ੱਕ ਨਹੀਂ। ਸਤਿਗੁਰ ਝੋਲੀਆਂ ਭਰਦਾ ਹੈ, ਪਰ ਉਹ ਗੱਲ ਕੇਵਲ ਮੰਗਣ ਤੱਕ ਸੀਮਤ ਨਾ ਰਹਿ ਜੇ। ਇਹ ਨਾ ਹੋਵੇ ਕਿ ਅਸੀਂ ਹੀ ਮੰਗੀ ਜਾਈਏ ਤੇ ਜੋ ਗੁਰੂ ਮੰਗ ਰਿਹਾ ਉਹ ਪੂਰਾ ਹੀ ਨਾ ਕਰੀਏ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਆਓ ਮੰਗ ਲਈਏ ਨਾ ਗੁਰੂ ਤੋਂ। ਆਪਾਂ ਵੀ ਉਹ ਨਿਮਾਣੇ ਨਤਾਣੇ ਰੁਲਦੇ ਫਿਰਦੇ ਹਾਂ, ਕੋਈ ਕਸਰ ਨਹੀਂ ਹੈਗੀ। ਵੇਖੋ, ਦੁਨਿਆਵੀ ਤੌਰ ਤੇ ਭਾਈ ਜੇਠਾ ਜੀ ਦਾ ਮਾਤਾ ਪਿਤਾ ਨਹੀਂ ਹੈ, ਤੇ ਹਾਲਾਤ ਤਾਂ ਮੇਰੀ ਕੌਮ ਦੇ ਵੀ ਇੰਨੇ ਮਾੜੇ ਨਾ, ਵਾਲੀ ਵਾਰਸ ਸਾਡਾ ਵੀ ਕੋਈ ਨਹੀਂ ਬਚਿਆ। ਅਸੀਂ ਵੀ ਅੱਜ ਰੁਲਦੇ ਫਿਰਦੇ, ਤੇ ਅਸੀਂ ਗੁਰੂ ਅੱਗੇ ਝੋਲੀ ਕਿਉਂ ਨਹੀਂ ਅੱਡਦੇ ਕਿ ਸਤਿਗੁਰਾ ਸਾਡੀ ਬਾਂਹ ਫੜ ਲੈ। ਪਰ ਸਤਿਗੁਰ ਨੇ ਕੀ ਕਹਿਣਾ? ਸਤਿਗੁਰ ਨੇ ਕਹਿਣਾ ਮੈਂ ਤਾਂ ਰੋਜ਼ ਆਵਾਜ਼ ਮਾਰਦਾ, ਆਨੰਦ ਪਿਆ। ਰੋਜ਼ ਪੜ੍ਹੀ ਜਾਂਦੇ ਨਾ ਆਪਾਂ, ਆਨੰਦ ਪਿਆ ਸਤਿਗੁਰੂ। ਇਤਨੀ ਸੀ ਬਾਤ ਸੀ, ਗੁਰੂ ਤਾਂ ਰੋਜ਼ ਹਾਕ ਮਾਰਿਆ। ਅਸੀਂ ਕੀ ਕੀਤਾ? ਸੂਰਜ ਚੜ੍ਹਿਆ ਪਿਆ ਸੀ, ਅਸੀਂ ਅੱਖਾਂ ਬੰਦ ਕਰ ਲਈਆਂ। ਆਓ ਕਹਿ ਦਈਏ ਅੱਜ ਫੇਰ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਕਰਕੇ ਆਖੀਏ, ਸਤਿਗੁਰੂ ਜੀ, ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਤੁਹਾਨੂੰ ਜੇਠੇ ਤੋਂ ਗੁਰੂ ਰਾਮਦਾਸ ਕੀਤਾ ਸੀ, ਸਾਡੇ ਤੇ ਵੀ ਇਦਾਂ ਦੀ ਰਹਿਮਤ ਕਰ ਦਿਓ, ਸਾਡੇ ਤੇ ਵੀ ਇਹ ਬਖਸ਼ਿਸ਼ ਕਰ ਦਿਓ ਕਿ ਸਾਡਾ ਵੀ ਨਿਮਾਣਿਆਂ ਦਾ ਤੂੰ ਹੋ ਜਾਏ, ਤੇ ਤੇਰਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੋ ਜਾਵੇ, ਤੇ ਸਾਡਾ ਪਰ ਉਤਾਰਾ ਹੋ ਜਾਵੇ, ਤੇਰੇ ਨਾਲ ਸਾਡੀ ਟੁੱਟੀ ਗੰਢੀ ਜਾਵੇ। ਸੋ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਹੋਇਆਂ, ਹਾੜੇ ਕੱਢਦਿਆਂ ਹੋਇਆਂ, ਆਪਣੀ ਟੁੱਟੀ ਗੁਰੂ ਨਾਲ ਜੋੜਨ ਵਾਸਤੇ ਆਸ ਕਰਦਾ ਹਾਂ ਤੁਸੀਂ ਜ਼ਰੂਰ ਮਨ ਚਿੱਤ ਇਕਾਗਰ ਕਰਕੇ ਗੁਰੂ ਦੀ ਬਾਣੀ ਨਾਲ ਜੁੜੋਗੇ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੋੜਨ ਲਈ ਪੰਥ ਦੀ ਬੜੀ ਹੀ ਪਿਆਰੀ ਮਹਿਨਾਜ਼ ਸ਼ਖਸੀਅਤ ਗੁਰੂ ਘਰ ਦੇ ਕੀਰਤਨਕਾਰ ਵੀਰ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਬੜੇ ਹੀ ਪਿਆਰੇ ਵੀਰ, ਬੜਾ ਚੜ੍ਹਦੀ ਕਲਾ ਨਾਲ ਆਨੰਦਮਈ ਤੁਹਾਨੂੰ ਬਾਣੀ ਸ਼ਬਦ ਦੇ ਨਾਲ ਜੋੜਨ ਦੇ ਲਈ ਉਚੇਚੇ ਤੌਰ ਤੇ ਪੁੱਜੇ ਨੇ।
ਸੋ ਉਹਨਾਂ ਦੇ ਨਾਲ ਰਲ ਕੇ, ਜਿਵੇਂ ਤੁਸੀਂ ਭਾਈ ਸਿਮਰਨਜੀਤ ਸਿੰਘ ਜੀ ਹੋਰਾਂ ਦੇ ਨਾਲ ਰਲ ਕੇ ਕੀਰਤਨ ਗਾਇਨ ਕਰਕੇ ਅੱਜ ਇੰਨਾ ਆਨੰਦ ਬੰਨਿਆ। ਵੀਰ ਜੀ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲਿਆਂ ਦੇ ਨਾਲ ਵੀ ਇਸੇ ਤਰ੍ਹਾਂ, ਕਿਉਂਕਿ ਮਸਲਾ ਤਾਂ ਗੰਢਣ ਦਾ ਹੈ। ਅਤੇ ਗੁਰੂ ਸਾਡੀ ਝੋਲੀ ਬਖਸ਼ਿਸ਼ਾਂ ਨਾਲ ਭਰਦੇ। ਸਾਨੂੰ ਗੁਰੂ ਰਾਮਦਾਸ ਸਾਹਿਬ ਦੀ ਇਸ ਜੀਵਨ ਸਾਖੀ ਦੇ ਵਿੱਚੋਂ ਇਹ ਮੱਤ ਬੁੱਧ ਮਿਲ ਜਾਵੇ ਕਿ ਅਸੀਂ ਗੁਰੂ ਦੇ ਹੋਣਾ ਹੈ, ਅਤੇ ਬਸ ਇੱਕ ਵਾਰੀ ਉਹਨੂੰ ਇਹੀ ਕਹਿਣਾ ਵੀ ਅਸੀਂ ਤੇਰੇ ਹੋਣਾ ਹੈ, ਬਾਕੀ ਕੰਮ ਉਹਨੇ ਆਪੇ ਕਰ ਲੈਣਾ। ਜਿਵੇਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਬਾਕੀ ਕੰਮ ਆਪੇ ਕਰ ਲਏ। ਜੇਠੇ ਨੇ ਤਾਂ ਬਸ ਸਰੈਂਡਰ ਕੀਤਾ, ਅਤੇ ਆਪਾਂ ਸਰੈਂਡਰ ਕਰਨਾ ਬਸ। ਜਿੱਦਾਂ ਇੱਥੇ ਝੂਠੇ ਜਿਹੇ ਗੋਡੇ ਟੇਕਦੇ ਨਾ ਆ ਕੇ, ਉਹ ਬਸ ਅਸਲੀ ਟੇਕਣੇ। ਆ ਮੱਤ ਦਾ ਮੱਥਾ ਟੇਕ ਦੇਣਾ ਬਸ ਵੀ ਬਾਬਾ ਆ ਪਈ ਤੇਰੀ ਗਾੜੀ, ਜੋ ਤੂੰ ਕਰਾਵੇਂ ਗੱਲ ਖਤਮ। ਮੇਰੀਆਂ ਭੁੱਲਾਂ ਮੇਰੀ ਝੋਲੀ ਪਾ ਦਿਓ। ਅਣਜਾਣੇ 'ਚ ਕੁਛ ਐਸਾ ਜ਼ਰੂਰ ਕਹਿ ਗਿਆ ਹੋਵਾਂਗਾ ਜਿਹੜਾ ਤੁਹਾਨੂੰ ਚੰਗਾ ਨਾ ਲੱਗਦਾ ਹੋਵੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਜਿਹੜਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ, ਜੇ ਉਹ ਪਹੁੰਚਿਆ ਤੇ ਗੱਜ ਕੇ ਉੱਚੀ ਆਵਾਜ਼ ਵਿੱਚ ਫਤਿਹ ਬੁਲਾਉਣਾ। ਅਸੀਸ ਦਿੰਦੇ ਹੋਏ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਪਾਲ ਸਿੰਘ ਜੀ ਸਭਰਾ, ਜਿਨ੍ਹਾਂ ਤੋਂ ਆਪ ਜੀ ਗੁਰਮਤਿ ਵਿਚਾਰਾਂ ਸਰਵਨ ਕਰ ਰਹੇ ਸੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਆਪ ਸੰਗਤਾਂ ਦੇ ਸਨਮੁਖ ਹੋ ਕਰਕੇ ਗੁਰੂ ਰਾਮਦਾਸ ਜੀ ਦਾ ਉਪਦੇਸ਼ ਸਾਡੇ ਨਾਲ ਸਾਂਝਾ ਕਰਕੇ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੀ ਸੇਧ ਲੈ ਕਰਕੇ ਸਾਡਾ ਜੀਵਨ ਸੁਧਰ ਜਾਵੇ, ਸਾਡਾ ਜੀਵਨ ਸਫਲਾ ਬਣ ਜਾਵੇ, ਉਹ ਸਾਡੇ ਸਨਮੁਖ ਗੁਰਬਾਣੀ ਰਾਹੀਂ ਇਹਨਾਂ ਨੇ ਵਿਚਾਰਾਂ ਸਰਵਣ ਕਰਵਾਈਆਂ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲਾ ਵਾਲੇ ਉਹ ਸਟੇਜ 'ਤੇ ਪਹੁੰਚ ਚੁੱਕੇ ਨੇ। ਸਾਡੇ ਅਤੀ ਸਤਿਕਾਰਯੋਗ ਵੀਰ ਜਨਜੋਤ ਸਿੰਘ ਜੀ ਉਹ ਵੀ ਪਹੁੰਚੇ ਨੇ, ਜਿਨ੍ਹਾਂ ਨੇ ਕੀ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ, ਗੁਰਸਿੱਖ ਵੀਰ ਨੇ ਸਾਡੇ। ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਸਾਡੇ ਜੰਮੂ ਦੇ ਵੀਰ ਨੇ ਵੀਰ ਜਨਜੋਤ ਸਿੰਘ, ਜਿਨ੍ਹਾਂ ਨੇ ਚੱਲ ਮੇਰਾ ਪੁੱਤ 3 ਸੀਰੀਜ਼ਾਂ ਜੋ ਫਿਲਮ ਦੀਆਂ ਬਣ ਚੁੱਕੀਆਂ ਨੇ, ਤੁਸੀਂ ਵੇਖਿਆ। ਉਹ ਹੁਣੇ ਹੀ ਤੀਸਰੀ ਜੋ ਚੱਲ ਮੇਰਾ ਪੁੱਤ ਪਾਰਟ ਤੀਸਰਾ ਜੋ ਹੈ ਹੁਣੇ ਰਿਲੀਜ਼ ਹੋਈ ਹੈ ਫਿਲਮ। ਮੈਂ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲਾ ਜੀ ਦੇ ਕੀਰਤਨ ਆਰੰਭ ਕਰਨ ਤੋਂ ਪਹਿਲਾਂ ਭਾਈ ਸਾਹਿਬ ਭਾਈ ਪਰਮਪਾਲ ਸਿੰਘ ਸਭਰਾ ਜੀ ਨੂੰ ਬੇਨਤੀ ਕਰਾਂਗਾ ਕਿ ਸਾਡੇ ਸਤਿਕਾਰਯੋਗ ਵੀਰ ਜਨਜੋਤ ਸਿੰਘ ਜੀ ਨੂੰ ਸਮੁੱਚੀ ਸੰਗਤਾਂ ਵੱਲੋਂ, ਸਾਡੇ ਇਸ ਇਲਾਕੇ ਦੇ ਸੰਗਤਾਂ ਵੱਲੋਂ ਜਿੱਥੇ ਜੀ ਆਇਆਂ ਕਹਿੰਦੇ ਆ, ਉੱਥੇ ਨਾਲ ਦੇ ਨਾਲ ਇਹਨਾਂ ਨੂੰ ਅਸੀਂ ਸੰਗਤਾਂ ਵੱਲੋਂ ਸਰੂਪਾਓ ਭੇਟ ਕਰਾਂਗੇ। ਭਾਈ ਸਾਹਿਬ ਭਾਈ ਪਰਮਪਾਲ ਸਿੰਘ ਸਭਰਾ ਜੀ ਨੂੰ ਬੇਨਤੀ ਹੈ ਉਹਨਾਂ ਨੂੰ ਸਰੂਪਾਓ ਭੇਟ ਕਰਨਗੇ, ਕਿਉਂਕਿ ਸਾਡੇ ਗੁਰਸਿੱਖ ਵੀਰ ਫਿਲਮ ਇੰਡਸਟਰੀ ਦੇ ਵਿੱਚ ਜੋ ਸਾਡੀ ਸਿੱਖੀ ਦਾ ਇੱਕ ਬਹੁਤ, ਤੁਸੀਂ ਵੇਖੋ ਆਮ ਜੋ ਫਿਲਮਾਂ ਬਣਦੀਆਂ ਨੇ ਕਿਸ ਢੰਗ ਦੇ ਨਾਲ ਬਣਦੀਆਂ ਨੇ, ਬੜੀ ਸਾਦਗੀ ਵਾਲੀਆਂ ਫਿਲਮਾਂ ਬਣਾ ਰਹੇ ਨੇ। ਅਤੇ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਸਾਡਾ ਵੀਰ ਜਨਜੋਤ ਸਿੰਘ ਬਹੁਤ ਛੋਟੀ ਉਮਰ ਦੇ ਵਿੱਚ ਸਾਡੇ ਇਸ ਜੰਮੂ ਦੇ ਵਿੱਚ ਹੀ ਰਹਿਣ ਵਾਲੇ ਨੇ, ਉਹ ਅੱਜ ਫਿਲਮ ਬਾਲੀਵੁੱਡ ਦੇ ਅੰਦਰ ਆਪਣਾ ਨਾਮ ਕਮਾ ਚੁੱਕੇ ਨੇ। ਸੋ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲਾ ਜੀ ਨੂੰ ਬੇਨਤੀ, ਉਹ ਵੀ ਸਟੇਜ 'ਤੇ ਆਉਣਗੇ। ਭਾਈ ਸਾਹਿਬ ਭਾਈ ਵੀਰ ਜਨਜੋਤ ਸਿੰਘ ਜੀ ਨੂੰ ਸਨਮਾਨ ਭੇਟ ਕਰਨਗੇ ਸਰੂਪਾਓ ਸੰਗਤਾਂ ਵੱਲੋਂ। ਬੋਲੇ ਸੋ ਨਿਹਾਲ। ਇਹ ਹਨ ਵੀਰ ਜਨਜੋਤ ਸਿੰਘ, ਤੁਸੀਂ ਇਹਨਾਂ ਨੂੰ ਲਾਈਵ ਵੇਖ ਰਹੇ ਹੋ ਅੱਜ ਸਾਰੇ, ਕਿਉਂਕਿ ਇੱਕ ਡਾਇਰੈਕਟਰ ਦਾ ਜੋ ਕਿਰਦਾਰ ਹੈ, ਜਿਨ੍ਹਾਂ ਨੇ ਪੂਰੀ ਫਿਲਮ ਡਾਇਰੈਕਟ ਕਰਨਾ ਹੈ, ਅੱਜ ਤੁਹਾਡੇ ਸਾਹਮਣੇ ਨੇ, ਜਿਨ੍ਹਾਂ ਨੇ ਅੱਜ ਦੇ ਖਾਸ ਕਰਕੇ ਸਿੱਖਾਂ ਵਾਸਤੇ ਮਾਣ ਦੀ ਗੱਲ, ਜਿਨ੍ਹਾਂ ਨੇ ਕਿ ਅੱਜ ਸਿੱਖੀ ਸਰੂਪ ਦੇ ਵਿੱਚ ਰਹਿ ਕਰਕੇ, ਕਿਉਂਕਿ ਅੱਜ ਜਦੋਂ ਬੰਦੇ ਦਾ ਨਾਮ ਹੋ ਜਾਵੇ, ਬਹੁਤ ਸਾਡੇ ਐਸੇ ਪਤਿਤ ਹੋਣ ਵਾਲੇ ਵੇਖੇ ਨੇ ਅਸੀਂ, ਪਰ ਗੁਰੂ ਦੀ ਕਿਰਪਾ ਨਾਲ ਤੇ ਇਹਨਾਂ ਨੂੰ ਅਸੀਂ ਜੋ ਆਪ ਸੰਗਤਾਂ ਵੱਲੋਂ ਸਰੂਪਾਓ ਭੇਟ ਕੀਤਾ ਹੈ। ਸੋ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸਟੇਜ 'ਤੇ ਸ਼ੁਭਾਇਮਾਨ ਹੋ ਚੁੱਕੇ ਨੇ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਅਸੀਂ 2-4 ਮਿੰਟ, ਕਿਉਂਕਿ ਇਸ ਤੋਂ ਬਾਅਦ ਸ਼ਾਇਦ ਸੰਗਤਾਂ ਨੇ ਇੱਥੋਂ ਉੱਠ ਕੇ ਵੀ ਚਲੇ ਜਾਣਾ ਤੁਹਾਡੇ ਕੀਰਤਨ ਤੋਂ ਬਾਅਦ। ਮੈਂ ਇੱਕ ਦੋ ਬੇਨਤੀਆਂ ਕਰਨੀਆਂ ਨੇ ਸੰਗਤਾਂ ਦੇ ਸਨਮੁਖ। ਸੋ ਗੁਰੂ ਪਿਆਰੀ ਸਾਧ ਸੰਗਤ, ਇਹ ਆਖਰੀ ਕੀਰਤਨ ਭਾਈ ਸਾਹਿਬ ਜੀ ਹੁਣ ਆਖਰੀ ਸਟੇਜ ਲੱਗੇਗੀ।
ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਜਿੰਨਾ ਸਾਡਾ ਇਹ ਨਗਰ ਹੈ ਉਸ ਹਿਸਾਬ ਦੇ ਨਾਲ ਜਿਹੜੀ ਸੰਗਤ ਹੋਣੀ ਚਾਹੀਦੀ ਸੀ। ਨਹੀਂ, ਚਲੋ ਸਾਡੀ ਬਦਕਿਸਮਤੀ ਕਈਆਂ ਦੀ, ਜਿੰਨੇ ਕੁ ਅਸੀਂ ਇੱਥੇ ਬੈਠੇ ਹਾਂ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਤੁਹਾਡੇ ਚਰਨਾਂ 'ਤੇ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ, ਅੱਜ ਦਾ ਜਿਹੜਾ ਦੌਰ ਹੈ ਸਿਰਫ ਗੁਰਪੁਰਬ ਮਨਾਉਣੇ ਇੱਕ ਅਲੱਗ ਹੈ, ਪਰ ਜਿਸ ਹਿੱਸੇ ਦੀ ਜਿਸ ਅੱਜ ਦੇ ਮੌਜੂਦਾ ਦੌਰ ਦੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਹੈ 2 ਮਿੰਟ ਦੇ ਅੰਦਰ 4 ਮਿੰਟ ਦੇ ਅੰਦਰ, ਉਹ ਇਹ ਹੈ ਕਿ ਜਦੋਂ ਵੀ ਅਸੀਂ ਸਿੱਖ ਨੌਜਵਾਨ ਸਭਾ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਾਸਤੇ ਖਾਸ ਕਰਕੇ ਜਿਵੇਂ ਭਾਈ ਸਾਹਿਬ ਜੀ ਹੁਣੇ ਵਿਚਾਰ ਦੇ ਰਹੇ ਸਨ ਕਿ ਅੱਜ ਜਿਹੜੀ ਸਾਡੀ ਕੁਰੀਤੀਆਂ ਨੇ ਇਹਨਾਂ ਨੂੰ ਅਸੀਂ ਦੂਰ ਕਰਨਾ, ਚਲੋ ਇੱਕ ਅਲੱਗ ਮੈਟਰ ਹੈ, ਪਰ ਅੱਜ ਸਾਡੀ ਕੌਮ ਵਾਸਤੇ ਸਭ ਤੋਂ ਵੱਡੀ ਜਿਹੜੀ ਸਾਨੂੰ ਅੱਜ ਢਾਹ ਲੱਗ ਰਹੀ ਹੈ ਉਹ ਸਾਡਾ ਹੈ ਕਿ ਸਾਡਾ ਨੌਜਵਾਨ ਨਸ਼ਿਆਂ ਦੇ ਵਿੱਚ ਪਤਿਤ ਹੁੰਦਾ ਜਾ ਰਿਹਾ ਹੈ। ਅੱਜ ਸਾਡੇ ਨੌਜਵਾਨ ਆਪਣੀ ਪਹਿਚਾਣ ਵਿਗਾੜਦੇ ਜਾ ਰਹੇ ਨੇ, ਜਿਸ ਵਾਸਤੇ ਅਸੀਂ ਬੇਨਤੀ ਕੀਤੀ ਸੀ ਤੇ ਇੱਕ ਉਪਰਾਲਾ ਕਰ ਰਹੇ ਹਾਂ ਕਿ ਹਰ ਗੁਰਦੁਆਰਾ ਸਾਹਿਬ ਹਰ ਸੁਸਾਇਟੀ ਦੇ ਵਿੱਚ ਇੱਕ ਤੁਹਾਨੂੰ ਸਿਰਫ ਉਹਦੇ ਵਿੱਚ ਤੁਹਾਡਾ ਸਹਿਯੋਗ ਚਾਹੀਦਾ ਹੈ ਤੇ ਕਦਮ ਤੁਸੀਂ ਚੁੱਕਣੇ ਨੇ ਸਾਰਿਆਂ ਨੇ। ਮੇਰੇ ਸਾਰਿਆਂ ਅੱਗੇ ਬੇਨਤੀ ਹੈ ਸਾਧ ਸੰਗਤ, ਲਾਈਵ ਚੱਲ ਰਿਹਾ, ਲੋਕੀ ਵੇਖ ਰਹੇ ਹੋਣੇ ਨੇ, ਇੱਕ ਬਾਣੀ ਉੱਤੇ ਹੋਰ ਵੀ ਮੇਰੇ ਵੀਰ ਅਖੰਡ ਬਾਣੀ ਵਾਲੇ ਲਾਈਵ ਕਰ ਰਹੇ ਨੇ ਕਿ ਅੱਜ ਜਿਹੜੇ ਲੋਕ ਤੁਹਾਡੇ ਜਿਸ ਇਲਾਕੇ ਦੇ ਵਿੱਚ ਵੀ ਜਿਹੜੇ ਲੋਕ ਨਸ਼ੇ ਦਾ ਵਪਾਰ ਕਰ ਰਹੇ ਨੇ, ਮੈਂ ਤੁਹਾਡੇ ਅੱਗੇ ਹੱਥ ਬੇਨਤੀ ਜੋੜ ਕੇ ਬੇਨਤੀ ਕਰਦਾ ਉਹਨਾਂ ਲੋਕਾਂ ਦੇ ਨਾਲ ਸਮਾਜਿਕ ਬਾਈਕਾਟ ਕਰੋ। ਨਹੀਂ ਕਰੋਗੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਬੱਚਿਆਂ ਦੇ ਜਿਹੜੇ ਮੈਂ ਪਹਿਲਾਂ ਬੜੀ ਵਾਰ ਸਟੇਜਾਂ ਤੋਂ ਬੇਨਤੀ ਕਰਦਾ ਹੁੰਦਾ ਕਿ ਸਾਡੇ ਬੱਚੇ ਨੇ ਉਹ ਵੀ ਨਹੀਂ ਜੇ ਤੁਹਾਡੇ ਹੱਥ ਵਿੱਚ ਰਹਿ ਜਾਣੇ। ਕਿਉਂ ਅਸੀਂ ਇੱਕ ਚਾਰਟ ਬਣਾ ਕਰਕੇ ਹਰ ਗੁਰਦੁਆਰਾ ਸਾਹਿਬ ਵਿੱਚ ਲਗਾ ਰਹੇ ਹਾਂ, ਸਿਰਫ ਤੁਹਾਡੇ ਸਹਿਯੋਗ ਦੀ ਲੋੜ ਹੈ। ਉਹਨਾਂ ਦੇ ਨਾਲ ਸਮਾਜਿਕ ਬਾਈਕਾਟ ਕਰੋ, ਉਹਨਾਂ ਦੇ ਨਾਲ ਕਿਸੇ ਕਿਸਮ ਦੀ ਰੋਟੀ ਬੇਟੀ ਦੀ ਸਾਂਝ ਨਾ ਰੱਖੋ। ਈਵਨ ਕਿ ਜਿਨ੍ਹਾਂ ਦੇ ਉਹਨਾਂ ਦੇ ਘਰ ਕਿਸੇ ਵੀ ਕੋਈ ਖੁਸ਼ੀ ਗਮੀ ਦਾ ਸਮਾਗਮ ਹੋਵੇ ਕੋਈ ਉਹਨਾਂ ਦੇ ਘਰ ਨਾ ਜਾਵੇ। ਤੇ ਉਸ ਤੋਂ ਵੱਡੀ ਗੱਲ ਜਿਸ ਇਲਾਕੇ ਦੇ ਵਿੱਚ ਵੀ ਹੋਵੇ ਉੱਥੋਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜੀ ਉੱਥੋਂ ਦੀ ਸੰਗਤ ਹੈ, ਅਗਰ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਇੱਕ ਵਿਅਕਤੀ ਕਿਸੇ ਇਕੱਲੇ ਵਿਅਕਤੀ ਨੂੰ ਕਹੇਗਾ ਨਾ ਬਈ ਤੂੰ ਨਸ਼ਾ ਵੇਚਦਾ ਜਾਂ ਕੀ ਕਰਦਾ, ਸ਼ਾਇਦ ਉਹਦੇ ਨਾਲ ਲੜਾਈ ਹੋ ਸਕਦੀ ਹੈ। ਪਰ ਜਦੋਂ ਇੱਕ ਸਾਡਾ ਸਮੂਹ ਬਣ ਕੇ ਇੱਕ ਸੰਗਤ ਬਣ ਕੇ ਅਸੀਂ ਉਹਦੇ ਘਰ ਜਾਵਾਂਗੇ ਬਈ ਤੁਹਾਡੇ ਬੱਚੇ ਦੇ ਖਿਲਾਫ ਇਹ ਕੰਪਲੇਨ ਆਈ ਹੈ ਕਿ ਇਹ ਨਸ਼ਾ ਵੇਚਦਾ ਤੇ ਜੇ ਵੇਚਦਾ ਤੇ ਇਹਨੂੰ ਸੁਧਾਰ ਲਓ, ਜੇ ਨਹੀਂ ਤੇ ਫਿਰ ਤੁਹਾਡਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਪੂਰੇ ਸਮਾਜ ਦੇ ਅੰਦਰ। ਇਹ ਸਾਧ ਸੰਗਤ ਇਹ ਜਿਹੜੇ ਕਦਮ ਨੇ ਚੁੱਕੋਗੇ ਤਾਂ ਹੀ ਉਹ ਆਪਣੇ ਸਮਾਜ ਨੂੰ ਬਚਾ ਸਕਦੇ ਹੋ, ਨਹੀਂ ਤਾਂ ਅੱਜ ਤਾਂ ਬਹੁਤ ਸਾਰੀਆਂ ਏਜੰਸੀਆਂ ਲੱਗੀਆਂ ਨੇ ਸਾਡਾ ਨਾਮੋ ਨਾਮ ਨਿਸ਼ਾਨ ਮਿਟਾਉਣ ਵਾਸਤੇ। ਤੁਸੀਂ ਇਹ ਤਾਜੀ ਵੇਖ ਲਓ ਨਾ, ਅੱਜ 11 ਮਹੀਨੇ ਹੋ ਗਏ ਕਿਸਾਨ ਸਾਡੇ ਦਿੱਲੀ ਅੰਦਰ ਬੈਠੇ ਨੇ, ਸੁਣ ਰਹੀ ਹੈ ਗੌਰਮੈਂਟ? ਨਹੀਂ ਸੁਣ ਰਹੀ ਸਾਧ ਸੰਗਤ। ਅਸੀਂ ਵੀ ਗੌਰਮੈਂਟ ਕੋਲ ਜਾ ਕੇ ਅੱਕ ਚੁੱਕੇ ਹਾਂ, SSP ਤੱਕ DIG ਤੱਕ IG ਤੱਕ ਅਸੀਂ ਹੋ ਚੁੱਕੇ ਹਾਂ ਕਿ ਵੀ ਇਹ ਨਸ਼ਿਆਂ ਦੇ ਖਿਲਾਫ ਕੋਈ ਨਕੇਲ ਪਾਓ ਇਹਨਾਂ ਨੂੰ, ਪਰ ਨਹੀਂ ਪੈ ਰਹੀ। ਕਿਉਂਕਿ ਨਸ਼ੇ ਵਾਲੇ ਪਤਾ ਕੀ ਕਹਿੰਦੇ ਨੇ, ਬੜੀ ਦ੍ਰਿੜਤਾ ਦੇ ਨਾਲ ਕਹਿੰਦੇ ਨੇ ਸਾਡੇ ਤਾਂ ਉੱਥੇ ਮਹੀਨਾ ਲੱਗਿਆ ਹੋਇਆ, ਅਸੀਂ ਲੱਖ ਰੁਪਇਆ ਮਹੀਨਾ ਦਿੰਦੇ ਹਾਂ। ਫਿਰ ਤੁਹਾਡੀ ਉਹਨਾਂ ਨੇ ਕਿੱਥੇ ਸੁਣਨੀ ਹੈ? ਇਸ ਵਾਸਤੇ ਜੇ ਸੁਣਨੀ ਹੈ ਤੇ ਜੇ ਕੋਈ ਕਾਰਵਾਈ ਕਰਨੀ ਹੈ ਤੇ ਸਾਨੂੰ ਆਪ ਕਾਰਵਾਈ ਕਰਨੀ ਪਵੇਗੀ। ਜੇ ਨਹੀਂ ਕਰ ਸਕਦੇ ਫਿਰ ਠੀਕ ਆ, ਇੱਥੇ ਗੁਰਦੁਆਰੇ ਮੱਥਾ ਟੇਕ ਕੇ ਆਓ, ਸਮਾਗਮ ਮਨਾਓ, ਚਲੇ ਜਾਓ। ਪਰ ਆਉਣ ਵਾਲਾ ਸਮਾਂ, ਮੈਂ ਪਿਛਲੇ ਸਮਾਗਮ ਤੇ ਇੱਕ ਬੇਨਤੀ ਕੀਤੀ ਸੀ ਕਿ ਨਸ਼ਾ ਜਿਹੜਾ ਦੁਕਾਨਾਂ ਤੇ ਵਿਕਦਾ ਹੈ ਉਹ ਇੱਕ ਥਾਂ ਤੇ ਵਿਕਦਾ ਹੈ, ਉੱਥੇ ਤੁਸੀਂ ਜਾ ਕੇ ਨਸ਼ਾ ਲਓਗੇ। ਪਰ ਜਿਹੜਾ ਇਹ ਵਾਲਾ ਨਸ਼ਾ ਹੈ ਨਾ, ਇਹ ਚੱਲ ਕੇ ਤੁਹਾਡੇ ਘਰ ਆ ਰਿਹਾ, ਚੱਲ ਕੇ ਇਹ ਤੁਹਾਡੇ ਘਰ ਵੱਲ ਦੌੜ ਕੇ ਆ ਰਿਹਾ। ਉਹ ਕਿਵੇਂ? ਅੱਜ ਜਿਹੜਾ ਬੱਚਾ ਨਸ਼ਾ ਵੇਚਦਾ ਉਹਦੇ ਨਾਲ ਜਿਹੜਾ ਸਾਥੀ ਹੈ ਉਹ ਤੁਹਾਡਾ ਘਰ ਦਾ ਬੱਚਾ ਵੀ ਹੋ ਸਕਦਾ, ਉਹਦਾ ਦੋਸਤ ਹੋ ਸਕਦਾ। ਜਦੋਂ ਉਹ ਨਸ਼ਾ ਵੇਚਣ ਵਾਲਾ ਤੁਹਾਡੇ ਬੱਚੇ ਦਾ ਦੋਸਤ ਬਣ ਕੇ ਤੁਹਾਡੇ ਘਰ ਆਇਆ, ਸਮਝ ਲਓ ਨਸ਼ਾ ਤੁਹਾਡੇ ਘਰ ਆਇਆ। ਇਹ ਮਤਾ ਭੁੱਲਿਓ ਕਿਤੇ ਕਿ ਅਸੀਂ ਭੁੱਲ ਜਾਈਏ। ਅੱਜ ਸਾਨੂੰ ਇਹ ਸਖਤ ਕਦਮ ਚੁੱਕਣੇ ਪੈਣੇ ਨੇ ਸਾਧ ਸੰਗਤ। ਜੇ ਨਹੀਂ ਚੁੱਕੋਗੇ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਆਪਣੇ ਸਮਾਜ ਦਾ ਬੇੜਾ ਗਰਕ ਸਮਝੋ। ਦੂਜੀ ਬੇਨਤੀ ਹੈ ਸਾਧ ਸੰਗਤ, ਇੱਕ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਪਹਿਚਾਨ ਦਿੱਤੀ, 240 ਸਾਲ ਦਾ ਸਮਾਂ ਲਾ ਕਰਕੇ ਇੱਕ ਸੰਪੂਰਨ ਸਾਡਾ ਇੱਕ ਪਹਿਚਾਨ ਬਖਸ਼ੀ ਸਾਨੂੰ ਗੁਰੂ ਪਾਤਸ਼ਾਹ ਜੀ ਨੇ। ਤੇ ਬੜੀ ਨਮੋਸ਼ੀ ਦੇ ਨਾਲ ਗੱਲ ਕਹਿਣੀ ਪੈਂਦੀ ਹੈ, ਅੱਜ ਸਾਡਾ ਨੌਜਵਾਨ ਬੱਚਾ ਸਾਡੀ ਪਹਿਚਾਨ ਇੱਥੋਂ ਚੁੱਕ ਕੇ ਇੱਥੇ ਲੈ ਗਿਆ ਤੇ ਇੱਥੋਂ ਜਾਂਦਿਆਂ ਪਤਾ ਨਹੀਂ ਕਿੱਧਰ ਜਾਵੇਗੀ, ਕੋਈ ਪਤਾ ਨਹੀਂ ਕਿਸ ਟਾਈਮ ਤੂੰ ਇੱਧਰ ਚਲੇ ਜਾਵੇਗੀ, ਤੁਹਾਨੂੰ ਪਤਾ ਵੀ ਨਹੀਂ ਜੇ ਚੱਲਣਾ। ਨਹੀਂ ਪਤਾ ਚੱਲਣਾ ਸਾਧ ਸੰਗਤ। ਬਚਾ ਲਓ, ਅਗਰ ਅੱਜ ਆਪਣੇ ਸਮਾਜ ਨੂੰ ਅਸੀਂ ਬਚਾ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਅੰਦਰ ਭਵਿੱਖ ਦੇ ਅੰਦਰ ਜੇ ਆਪਣੀ ਘੱਟ ਤੋਂ ਘੱਟ ਪਹਿਚਾਨ ਤੇ ਕਾਇਮ ਰੱਖ ਸਕੀਏ। ਜੇ ਪਹਿਚਾਨ ਵੀ ਕਾਇਮ ਨਾ ਰਹੀ ਤਾਂ ਫਿਰ ਸਾਡਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਮਿਟਿਆ ਜੇ। ਕਿਉਂਕਿ ਅੱਜ ਤੁਹਾਡੇ ਬੱਚੇ ਤੁਸੀਂ ਵੇਖੋ ਨਾ, ਇਸ ਤਰ੍ਹਾਂ ਲੱਗਦੇ ਨੇ ਜੇ ਸਾਡਾ ਸਿੱਖ ਬੱਚਾ ਹੈ ਹੀ ਨਹੀਂ। ਜੇ ਨਹੀਂ ਤਾਂ ਫਿਰ ਕਟਾ ਹੀ ਦਿਓ ਉਹਨਾਂ ਦੇ, ਪਰ ਮੈਂ ਉਹਨਾਂ ਬੱਚਿਆਂ ਦੀ ਕੋਈ ਗਲਤੀ ਨਹੀਂ ਮੰਨਦਾ ਸਾਧ ਸੰਗਤ। ਜੇ ਮੇਰਾ ਬੱਚਾ, ਜੇ ਤੁਹਾਡਾ ਬੱਚਾ ਤੁਹਾਡਾ ਇੱਥੋਂ ਚੁੱਕ ਕੇ ਇੱਥੇ ਲੈ ਗਿਆ, ਤੁਸੀਂ ਘਰ ਵਾਲਿਆਂ ਨੇ ਕੀ ਕਾਰਵਾਈ ਕੀਤੀ? ਕਦੇ ਕਿਸੇ ਨੇ ਆਪਣੇ ਬੱਚੇ ਨੂੰ ਕਿਹਾ ਕਿ ਤੇਰਾ ਪਹਿਚਾਨ ਕਿੱਥੇ ਹੈ, ਤੇਰੀ ਪਹਿਚਾਨ ਕਿਹੜੀ ਜਗ੍ਹਾ ਹੋਣੀ ਚਾਹੀਦੀ ਹੈ, ਤੂੰ ਕਿੱਥੇ ਲੈ ਗਿਆ ਤੇ ਇੱਥੋਂ ਕਿੱਧਰ ਗਾਇਬ ਹੋ ਜਾਏਗੀ, ਤੁਹਾਨੂੰ ਪਤਾ ਨਹੀਂ ਜੇ ਚੱਲਣਾ। ਸੋ ਇਸ ਵਾਸਤੇ ਹੱਥ ਜੋੜ ਕੇ ਬੇਨਤੀ ਹੈ, ਜਦੋਂ ਕੋਈ ਇਹੋ ਜਿਹੇ ਸਮਾਗਮਾਂ ਵਾਸਤੇ ਸਮਾਜਿਕ ਸੁਧਾਰਾਂ ਵਾਸਤੇ ਕੋਈ ਕਾਰਵਾਈ ਹੋਵੇ, ਵੱਧ ਚੜ੍ਹ ਕੇ ਹਿੱਸਾ ਪਾਇਆ ਕਰੋ।
ਤਾਂ ਕਿ ਇਸ ਸਮਾਜ ਦੇ ਅੰਦਰ ਵੱਧ ਰਹੀਆਂ ਕੁਰੀਤੀਆਂ ਨੂੰ ਅਸੀਂ ਰੋਕ ਪਾ ਸਕੀਏ। ਸੋ ਇੰਨੀ ਕੋ ਬੇਨਤੀ ਸੀ। ਸੋ ਭਾਈ ਸਾਹਿਬ ਜੀ ਹੁਣ ਆਪ ਜੀ ਨਾਲ ਕੀਰਤਨ ਦੀ ਸਾਂਝ ਪਾਉਣਗੇ। 12 ਵਜੇ ਤੱਕ ਭਾਈ ਸਾਹਿਬ ਗੁਰਬਾਣੀ ਦੇ ਕੀਰਤਨ ਨਾਲ ਆਪ ਨਾਲ ਜੋੜਨਗੇ। ਸੋ ਆਓ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ ਆਪ ਜੀ ਦੇ ਨਾਲ ਬਹੁਤ ਰਸ ਭਿੰਨਾ ਕੀਰਤਨ ਕਰਦੇ ਨੇ। ਜਿਵੇਂ ਭਾਈ ਸਾਹਿਬ ਜੀ ਨਾਲ ਆਪ ਜੀ ਨੇ ਸਿਮਰਜੀਤ ਸਿੰਘ ਜੀ ਨਾਲ ਸਾਥ ਦਿੱਤਾ ਹੈ, ਇਹਨਾਂ ਦੇ ਨਾਲ ਵੀ ਸਾਥ ਦੇ ਕਰਕੇ ਸੰਗਤ ਰੂਪ ਦੇ ਵਿੱਚ ਅਸੀਂ ਕੀਰਤਨ ਕਰਨਾ ਹੈ। ਸੋ ਆਓ ਹੋਰ ਭੁੱਲ ਚੁੱਕ ਦੀ ਖਿਮਾ ਕਰਨੀ। ਆਓ ਭਾਈ ਸਾਹਿਬ ਜੀ 12 ਵਜੇ ਤੱਕ ਗੁਰਬਾਣੀ ਦੇ ਕੀਰਤਨ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਗ